ਕਿਸਾਨਾਂ ਨੂੰ ਰੋਕਣ ਦੇ ਲਈ ਨੁਕੀਲੇ ਕਿੱਲ ਲਗਾਏ ਜਾਂਦੇ ਨੇ, ਪਰ ਉਸ ਤੋਂ ਉਲਟ ਕਿਸਾਨਾਂ ਵੱਲੋਂ ਇੱਥੇ ਤਸਵੀਰਾਂ ਦਿਖਾਉਂਦੇ ਆ ਦੂਜੀ ਸਾਈਡ ਤੇ ਫੁੱਲ ਲਗਾਏ ਜਾਂਦੇ ਨੇ। ਕਾਨੂੰਨ ਜਿਹੜੇ ਕਿਸਾਨਾਂ ਵਾਸਤੇ ਨਹੀਂ ਹੈ, ਇਹ ਉਹਨਾਂ ਕਾਰਪੋਰੇਟ ਘਰਾਣਿਆਂ ਵਾਸਤੇ ਆ। ਤੇ ਕਾਲੇ ਤੇ ਅਸੀਂ ਫਿਰ ਆਪੇ ਕਹਿਣਾ ਜਿਹੜੀ ਚੀਜ਼ ਸਾਨੂੰ ਚਾਹੀਦੀ ਨਹੀਂ ਹੈ, ਜਿਹੜੀ ਚੀਜ਼ ਤੋਂ ਸਾਨੂੰ ਨੁਕਸਾਨ ਹੈ, ਅਸੀਂ ਉਹਨੂੰ ਕਾਲਾ ਹੀ ਕਵਾਂਗੇ, ਅਸੀਂ ਉਹਨੂੰ ਜੱਫੀ ਥੋੜੀ ਘੁੱਟ ਕੇ ਪਾਵਾਂਗੇ। ਹਾਂਜੀ, ਘਰ ਬੈਠੇ ਇੱਕ ਦੂਜੇ ਨੂੰ ਕਮੈਂਟ ਨਾ ਕਰੀਏ ਰਾਜੇਵਾਲ ਗਦਾਰ, ਸਿੱਧੂ ਗਦਾਰ, ਲੱਖਾ ਸਿਧਾਣਾ ਗਦਾਰ। ਇਸ ਤਰ੍ਹਾਂ ਅਸੀਂ ਗਦਾਰਾਂ ਨਾਲੋਂ ਘੱਟ ਨਹੀਂ, ਜੇ ਅਸੀਂ ਘਰੇ ਰਜਾਈਆਂ 'ਚ ਬੈਠੇ ਕਮੈਂਟ ਮਾਰ। ਇਹ ਕਹਿ ਰਹੇ ਆ ਕਿ ਉੱਥੇ 50,000 ਬੰਦਾ ਆ, ਲੱਖ ਬੰਦਾ ਆ। ਇਹਨਾਂ ਨੂੰ ਪੁੱਛਣ ਵਾਲਾ ਹੋਵੇ ਟਰੈਕਟਰ ਟਰਾਲੀਆਂ ਦੀ ਗਿਣਤੀ ਕਰਕੇ ਦੇਖ ਲੈਣ, ਉਹ ਵੀ ਲੱਖਾਂ ਦੇ ਵਿੱਚ ਹੋ ਗਈ ਹੈ ਜੀ। ਤੇ ਬੰਦਿਆਂ ਦੀ ਗਿਣਤੀ ਤੇ ਕਰੋੜਾਂ ਦੇ ਵਿੱਚ ਹੋ ਗਈ ਹੁਣ। ਜੇ ਬਾਹਰਲੀਆਂ ਸਟੇਟ ਦੇ ਹਿਸਾਬ ਨਾਲ ਦੇਖਿਆ ਜਾਵੇ ਤੇ ਮੇਰੇ ਬ੍ਰਦਰ ਸੀ ਬਾਹਰ, ਤੇ ਉਹ ਮੈਨੂੰ ਦੱਸ ਰਹੇ ਸੀ ਵੀ ਜੇ ਇਹੀ ਦੁਰਘਟਨਾ ਤੇਰੀ ਇੱਥੇ ਹੋਈ ਹੁੰਦੀ ਨਾ, ਤੇ ਮਤਲਬ ਸਰਕਾਰ ਨੇ ਤੇਰਾ ਟੋਟਲੀ ਖਰਚਾ ਚੱਕਣਾ ਸੀ ਉਮਰ ਭਰ ਦਾ। ਮੁੱਕੀ ਵੀ ਬੰਦ ਹੋ ਜੇ ਤੇ ਘਸੁੰਨ ਬਣ ਜਾਂਦਾ ਆ, ਤੇ ਜਾੜਾਂ ਤੇ ਮਾਰਨ ਨੂੰ ਦਾੜਾਂ ਤੇ ਵੈਰੀ ਦੇ ਉਹ ਕੰਮ ਆ ਜਾਂਦਾ। ਤੇ ਜੇ ਅਸੀਂ 5 ਉਂਗਲਾਂ ਤਰ੍ਹਾਂ ਇਕੱਠੇ ਕੱਲੇ ਖਿੰਡੇ ਰਹੇ ਤੇ ਸਾਡਾ ਕੁਛ ਨਹੀਂ ਜੇ ਬਣਨਾ। ਪਰ ਅਸੀਂ ਕੋਈ ਆਹ ਖਾਲਿਸਤਾਨ ਨਹੀਂ ਮੰਗਦੇ ਜਿਹੜੀਆਂ ਏਜੰਸੀਆਂ ਦੇ ਬੰਦੇ ਮੰਗਦੇ ਆ। ਉਹ ਏਜੰਸੀਆਂ ਦੇ ਲੋਕ ਨੇ। ਡੰਡਾ ਅੰਨਿਆਂ ਦੀ ਅੱਖ, ਡੰਡਾ ਲੰਗੜਿਆਂ ਦੀ ਲੱਤ, ਤੇ ਡੰਡਾ ਵਿਗੜਿਆਂ ਤਿਗੜਿਆਂ ਨੂੰ ਦਿੰਦਾ ਮੱਤ, ਤੇ ਡੰਡਾ ਬਲਵਾਨ ਹੈ। ਸੋ ਡੰਡਾ ਫੜਨ ਦਾ ਸਮਾਂ ਆ ਗਿਆ ਹੁਣ। ਕੱਲਾ ਝੰਡਾ ਨਾ, ਝੰਡੇ 'ਚ ਡੰਡਾ ਵੀ ਤਗੜਾ ਰੱਖੀਏ। ਕਿਸਾਨੀ ਅੰਦੋਲਨ ਚੱਲ ਰਿਹਾ ਹੈ। ਕਿਸਾਨ ਦਿੱਲੀ ਦੀਆਂ ਸਰਹੱਦਾਂ ਤੇ ਡਟੇ ਹੋਏ ਨੇ। ਸਰਕਾਰ ਦੀ ਗੱਲ ਕੀਤੀ ਜਾਵੇ, ਸਰਕਾਰ ਕਿਸਾਨਾਂ ਲਈ ਇੱਥੇ ਵੈਰੀਗੇਟਿੰਗ ਕਰਦੀ ਆ, ਕੰਡੇ ਵਾਲੀਆਂ ਤਾਰਾਂ ਲਗਾਉਂਦੀ ਹੈ, ਕੋਬਰਾ ਵਾਇਰ ਹੈ ਜਿਹੜੀ ਉਹ ਲਗਾਈ ਜਾਂਦੀ ਆ, ਤੇ ਕਿਸਾਨਾਂ ਨੂੰ ਰੋਕਣ ਦੇ ਲਈ ਨੁਕੀਲੇ ਕਿੱਲ ਲਗਾਏ ਜਾਂਦੇ ਨੇ। ਪਰ ਉਸ ਤੋਂ ਉਲਟ ਕਿਸਾਨਾਂ ਵੱਲੋਂ ਇੱਥੇ ਤਸਵੀਰਾਂ ਦਿਖਾਉਂਦੇ ਆ ਦੂਜੀ ਸਾਈਡ ਤੇ ਫੁੱਲ ਲਗਾਏ ਜਾਂਦੇ ਨੇ, ਤੇ ਕਿਹਾ ਜਾ ਰਿਹਾ ਹੈ ਕਿ ਜੇ ਸਰਕਾਰ ਕੰਡੇ ਬੀਜੇਗੀ ਤੇ ਅਸੀਂ ਫਿਰ ਵੀ ਫੁੱਲ ਲਗਾਵਾਂਗੇ। ਇੱਧਰ ਵੈਰੀਗੇਟਿੰਗ ਕੀਤੀ ਗਈ ਆ ਪੁਲਿਸ ਪ੍ਰਸ਼ਾਸਨ ਵੱਲੋਂ। ਨਾਲ ਨਿੰਗਾਂ ਸਿੰਘਾਂ ਦੀ ਜਿਹੜੀ ਸੌਣੀ ਆ ਉਹ ਬਣੀ ਆ। ਇੱਥੇ ਘੋੜੇ ਬੰਦੇ ਨੇ ਤੇ ਘੋੜਿਆਂ ਲਈ ਹਰੇ ਚਾਰੇ ਦੀ ਕੋਈ ਘਾਟ ਨਾ ਆਵੇ। ਇੱਥੇ ਵੀਰ ਨੇ ਜਿਹੜੇ ਉਹ ਟਰਾਲੀਆਂ 'ਚ ਹਰਾ ਚਾਰਾ ਤੂੜੀ ਲੈ ਕੇ ਪਹੁੰਚ ਰਹੇ ਨੇ, ਤੇ ਸਾਡੇ ਨਾਲ ਵੀਰ ਨੇ, ਉਹਨਾਂ ਨਾਲ ਕਰਦੇ ਹਾਂ ਗੱਲ। ਹਾਂਜੀ, ਕੀ ਨਾਮ ਹੈ ਜੀ? ਮੇਰਾ ਨਾਮ ਜੀ ਗੁਰਵਿੰਦਰ ਸਿੰਘ, ਆਪਣਾ ਪਿੰਡ ਪਿੰਡਿਆਲਖ ਅਜਨਾਲਾ, ਤੇ ਤੁਸੀਂ ਜ਼ਿਲ੍ਹਾ ਅੰਮ੍ਰਿਤਸਰ ਜੀ। ਕਿਸ ਤਰ੍ਹਾਂ ਦੇਖ ਰਹੇ ਹੋ ਸਰਕਾਰ ਦੀਆਂ ਜਿਹੜੀਆਂ ਨੀਤੀਆਂ ਨੇ? ਕੋਬਰਾ ਵਾਇਰ ਲਗਾਈ ਗਈ ਆ, ਨੁਕੀਲੇ ਸਰੀਏ ਲਗਾਏ ਗਏ ਨੇ ਤਿੱਖੇ ਕਰਕੇ, ਤੇ ਦੂਜੀ ਸਾਈਡ ਕਿਸਾਨ ਫੁੱਲ ਉਗਾ ਰਹੇ ਨੇ, ਕੀ ਕहेंगे? ਵੇਖੋ ਜੀ, ਸਾਨੂੰ ਤਾਂ ਚਲੋ 2 ਮਹੀਨੇ ਪੰਜਾਬ 'ਚ ਵੀ ਆਪਾਂ ਅੰਦੋਲਨ ਕੀਤਾ, ਹੁਣ ਇੱਥੇ ਵੀ 70 ਦਿਨ ਹੋ ਚੱਲੇ ਆ। ਸਾਡਾ ਤਾਂ ਪਹਿਲੇ ਦਿਨ ਤੋਂ ਇਹੋ ਹੀ ਮਕਸਦ ਆ। ਚਲੋ ਇਹ ਸਾਨੂੰ ਡਾਂਗਾ ਮਾਰਦੇ ਰਹੇ, ਅਸੀਂ ਵੇਲੋ ਲੰਗਰ ਛਕਾਉਂਦੇ ਰਹੇ, ਸਾਰਾ ਕੁਝ ਕਰਦੇ ਰਹੇ। ਸਾਡਾ ਅੱਜ ਵੀ ਇਹੋ ਹੀ ਮਕਸਦ ਆ। ਸਾਡੀ ਇਹਨਾਂ ਨਾਲ ਕੋਈ ਲੜਾਈ ਨਹੀਂ, ਸਾਡੀ ਸਿਸਟਮ ਖਿਲਾਫ ਲੜਾਈ ਆ, ਸਾਡੀ ਸਰਕਾਰ ਨਾਲ ਕੋਈ ਲੜਾਈ ਨਹੀਂ, ਸਾਡੀਆਂ ਮਾੜੀਆਂ ਨੀਤੀਆਂ ਖਿਲਾਫ ਲੜਾਈ ਆ। ਅਸੀਂ ਇਹਨਾਂ ਨੇ ਫੁੱਲ ਦੇ ਕੇ ਸਵਾਗਤ ਰੋਜ਼ ਡੇ ਇਸੇ ਕਰਕੇ ਮਨਾਇਆ ਵੀ ਤੁਸੀਂ ਸਾਡੇ ਤੇ ਕੰਡੇ ਦੀਆਂ ਤਰ੍ਹਾਂ ਸਵਾਗਤ ਕਰੇ। ਪਰ ਸਾਡਾ ਅੱਜ ਵੀ ਦਿਲ 'ਚ ਤੁਹਾਡੇ ਵਾਸਤੇ ਪਿਆਰ ਹੈ, ਅਸੀਂ ਤੁਹਾਡਾ ਅੱਜ ਵੀ ਫੁੱਲਾਂ ਨਾਲ ਹੀ ਸਵਾਗਤ ਕਰਦੇ ਹਾਂ। ਸਾਡਾ ਇਹ ਮਕਸਦ ਹੈ ਜੀ। ਹਾਂ, ਜਿਹੜੇ ਉੱਧਰ ਪੁਲਿਸ ਪ੍ਰਸ਼ਾਸਨ ਦੇ ਮੁਲਾਜ਼ਮ ਖੜੇ ਨੇ, ਕੀ ਲੱਗ ਰਿਹਾ ਹੈ ਕਿ ਤਾਂ ਇਨਸਾਨ ਨੇ, ਸਾਡੇ ਭਰਾ ਆਏ ਨੇ, ਸਾਡੇ ਦੇਸ਼ ਦੇ ਨੇ, ਪਰ ਉਹਨਾਂ ਦੇ ਸੀਨਿਆਂ 'ਚ ਇੰਨੀ ਨਫ਼ਰਤ ਕਿਉਂ ਬੀਜੀ ਜਾ ਰਹੀ ਹੈ ਕਿਸਾਨਾਂ ਲਈ? ਦੇਖੋ ਜੀ, ਮੈਂ ਤਾਂ 100 ਹੱਥ ਰੱਸਾ ਸਿਰੇ ਤੇ ਗੰਢ ਇੱਕ ਹੀ ਗੱਲ ਕਰਦਾ ਵੀ ਜਿਹੜੇ ਬੰਦੇ ਦੀ ਜ਼ਮੀਰ ਮਰ ਚੁੱਕੀ ਹੁੰਦੀ ਹੈ ਨਾ, ਉਹ ਇਹੋ ਕੁਛ ਕਰਦਾ। ਜੇ ਇਹ ਕਹਿੰਦੇ ਸਾਨੂੰ ਤਨਖਾਹਾਂ ਉਹਨਾਂ ਕੋਲ ਮਿਲਦੀਆਂ, ਬੰਦਾ ਇਹਨਾਂ ਨੂੰ ਪੁੱਛਣ ਵਾਲਾ ਵੀ ਤਨਖਾਹ ਸਰਕਾਰ ਆਪਣੇ ਘਰੋਂ ਤਾਂ ਨਹੀਂ ਦਿੰਦੀ। ਤਨਖਾਹ ਤਾਂ ਸਾਡੀਆਂ ਸਾਰੇ ਲੋਕਾਂ ਦੀਆਂ, ਇਹ ਪੰਜਾਬ ਦੇ ਮਤਲਬ ਭਾਰਤ ਦੇ ਲੋਕਾਂ ਦੀ ਤਨਖਾਹ ਆ, ਉਹਨਾਂ ਦੇ ਟੈਕਸ ਸਾਰਾ ਕੁਝ ਆਉਣ ਡਿਆ, ਕੁਝ ਘਰੋਂ ਤਾਂ ਨਹੀਂ ਦੇਣ ਡਿਆ। ਥੋੜ੍ਹੀ ਜਿਹੀ ਹਿੰਮਤ ਕਰਨੀ ਪਈ। ਜਾਂ ਅੱਜ ਇਹਨਾਂ ਨੇ ਕਿਸਾਨਾਂ ਖਿਲਾਫ ਇਹ ਕੁਝ ਕਰਨਾ ਸ਼ੁਰੂ ਕਰਤਾ, ਤਾਂ ਵਾਰੀ ਕੱਲ੍ਹ ਨੂੰ ਇਹਨਾਂ ਦੀ ਵੀ ਆਈ। ਮੰਜਿਓਂ ਭੌ ਨੇੜੇ ਹੁੰਦਾ, ਐਡੀ ਕੋਈ ਦੂਰ ਨਹੀਂ ਹੁੰਦਾ। ਜੇ ਸਾਡੇ ਨਾਲ ਕੱਲ੍ਹ ਨੂੰ ਇਹਨਾਂ ਦੀਆਂ ਤਨਖਾਹਾਂ ਜਿਹੜੀਆਂ ਅੱਜ 50-50 ਹਜ਼ਾਰ ਲੈਂਦੇ, ਵੀ ਕੋਈ 10-10 20 ਹਜ਼ਾਰ ਰਾਜ ਨੇ, ਕੋਈ ਦਿਨ ਦੂਰ ਨਹੀਂ ਹੈਗਾ ਇਹੋ ਜਿਹਾ। ਜੇ ਅੱਜ ਸਾਡਾ ਸਾਥ ਦੇਣਗੇ, ਹੋ ਸਕਦਾ ਵੀ ਕੱਲ੍ਹ ਨੂੰ ਸੌਖੇ ਹੋ ਜਾਣਗੇ। ਹਾਂਜੀ ਹਾਂਜੀ। ਨਰਿੰਦਰ ਤੋਮਰ ਵੱਲੋਂ ਸੰਸਦ 'ਚ ਇਹ ਬਿਆਨ ਦਿੱਤਾ ਗਿਆ ਹੈ ਕਿ ਕਿਸਾਨ ਜਿਹੜੇ ਕਾਨੂੰਨ ਨੇ ਉਹਨਾਂ ਨੂੰ ਕਾਲੇ ਕਾਨੂੰਨ ਕਹਿ ਰਹੇ ਨੇ, ਤੇ ਅੱਜ ਤੱਕ ਇਹ ਨਹੀਂ ਦੱਸ ਸਕੇ ਕਿ ਉਹਦੇ ਵਿੱਚ ਕਾਲਾ ਕੀ ਹੈ। ਕੀ ਕहेंगे ਤੁਸੀਂ? ਵੇਖੋ ਜੀ, ਪਹਿਲੀ ਗੱਲ ਤਾਂ ਇਹ ਜਿਹੜੇ ਕਾਨੂੰਨ ਕਾਲੇ ਆ, ਇਹ ਤਾਂ ਜਿਹੜੇ ਗਰਾਊਂਡ ਦੇ ਰਿਪੋਰਟ ਤੇ ਤੁਸੀਂ ਕਰਦੇ ਹੋ। ਚਲੋ ਅਸੀਂ ਵੀ ਗਰਾਊਂਡ ਜ਼ੀਰੋ ਤੇ ਕਿਸਾਨੀ ਕਰਦੇ ਹਾਂ, ਸਾਨੂੰ ਪਤਾ ਕਿਸਾਨੀ ਦੀ ਕੀ ਜ਼ਰੂਰਤ ਆ। ਡਰਾਇੰਗ ਰੂਮਾਂ ਵਿੱਚ ਬਹਿ ਕੇ ਜਿਹੜੇ ਬਿੱਲ ਬਣਾਉਣੇ ਜਾਂ ਕਾਨੂੰਨ ਪਾਸ ਕਰਨੇ, ਇਹ ਕੋਈ ਕਾਨੂੰਨ ਬਣਾਉਣ ਵਾਲੇ ਨਾਲੇ ਕਾਨੂੰਨ, ਪਹਿਲੀ ਗੱਲ ਤਾਂ ਇਹ ਕਾਨੂੰਨ ਤੋਮਰ ਨੇ ਨਹੀਂ ਬਣਾਏ। ਤੁਹਾਨੂੰ ਪਤਾ ਹੀ ਹੈ ਕਾਨੂੰਨ ਕਿੰਨੇ ਬਣਾਏ ਆ। ਕਾਨੂੰਨ ਤਾਂ ਜਿਨ੍ਹਾਂ ਨੇ ਬਣਾਏ ਬੰਬੇ ਬੈਠੇ ਆ ਉਹਨਾਂ ਨੇ। ਬਾਕੀ ਦੂਜੀ ਗੱਲ, ਇਹ ਕਾਨੂੰਨ ਜਿਹੜੇ ਕਿਸਾਨਾਂ ਵਾਸਤੇ ਨਹੀਂ ਹੈ, ਇਹ ਉਹਨਾਂ ਕਾਰਪੋਰੇਟ ਘਰਾਣਿਆਂ ਵਾਸਤੇ ਆ। ਤੇ ਕਾਲੇ ਤੇ ਅਸੀਂ ਫਿਰ ਆਪੇ ਕਹਿਣਾ ਜਿਹੜੀ ਚੀਜ਼ ਸਾਨੂੰ ਚਾਹੀਦੀ ਨਹੀਂ ਹੈ, ਜਿਹੜੀ ਚੀਜ਼ ਤੋਂ ਸਾਨੂੰ ਨੁਕਸਾਨ ਹੈ, ਅਸੀਂ ਉਹਨੂੰ ਕਾਲਾ ਹੀ ਕਵਾਂਗੇ, ਅਸੀਂ ਉਹਨੂੰ ਜੱਫੀ ਥੋੜੀ ਘੁੱਟ ਕੇ ਪਾਵਾਂਗੇ। ਹਾਂਜੀ ਹਾਂਜੀ, ਸਾਨੂੰ ਦਿਖਦਾ ਅਗਲਾ ਬੰਨਾ।
ਅੰਦੋਲਨ ਨੂੰ ਕਿਸ ਤਰ੍ਹਾਂ ਦੇਖ ਰਹੇ ਹੋ? ਕਿਹਾ ਜਾ ਰਿਹਾ ਹੈ ਕਿ ਅੰਦੋਲਨ ਆ ਜਿਹੜਾ 26 ਤੋਂ ਬਾਅਦ ਥੋੜਾ ਘਟਿਆ ਹੈ, ਇਦਾਂ ਦੀਆਂ ਅਫਵਾਹਾਂ ਜਿਹੜਾ ਮੀਡੀਆ ਹੈ ਜਾਂ ਜਿਹੜੇ ਮੋਦੀ ਭਗਤ ਨੇ ਉਹ ਫੈਲਾ ਰਹੇ ਨੇ, ਕੀ ਕਹੇਂਗੇ? ਵੇਖੋ ਵੀਰ ਜੀ, ਅਸੀਂ ਤੀਜੀ ਵਾਰੀ ਆ ਗਏ ਆ। 26 ਤੋਂ ਪਹਿਲਾਂ 2 ਗੇੜੇ ਮਾਰ ਚੁੱਕੇ ਆ, ਹੁਣ ਤੀਜੀ ਵਾਰੀ ਆਏ ਆ। ਸਭ ਤੋਂ ਪਹਿਲਾਂ ਜਦੋਂ ਆਏ ਸੀ ਉਦੋਂ ਭੀੜ ਬਹੁਤ ਘੱਟ ਸੀ, ਅਗਲੀ ਵਾਰੀ ਆਏ ਆ ਉਹਦੇ ਨਾਲੋਂ ਵੱਧ ਸੀ, ਹੁਣ ਜਦੋਂ ਆਏ ਆ ਹੁਣ ਉਹਦੇ ਨਾਲੋਂ ਵੀ ਵੱਧ ਹੈ। ਤੇ ਜਿਹੜੀ ਰਹੀ ਗੱਲ 26 ਵਾਲੀ, ਹੁਣ ਵੇਖੋ ਕਈ ਲੋਕ ਜਿਹੜੇ ਆਪਣੀਆਂ ਜਥੇਬੰਦੀਆਂ ਸੀ, ਕਿਸਾਨ ਮੋਰਚਾ ਸੀ, ਇਹਨਾਂ ਨੇ ਸੁਨੇਹਾ ਲਾਇਆ ਵੀ 26 ਤਰੀਕ ਨੂੰ ਪਰੇਡ ਕਰਨੀ ਆਪਾਂ। ਉਹ ਜਿਹੜੀ ਵਿੱਚ ਸੰਗਤ ਸਾਡੀ ਆਈ ਸੀ ਉਹ 26 ਜਨਵਰੀ ਵਾਸਤੇ ਸਪੈਸ਼ਲ ਆਈ ਸੀ, ਉਹ ਨਾ ਕਿ ਪੱਕੇ ਰਹਿਣ ਵਾਸਤੇ ਆਈ ਸੀ। ਉਹ 26 ਜਨਵਰੀ ਦੀ ਪਰੇਡ ਕਰਕੇ ਵਾਪਸ ਚਲੇ ਗਏ ਲੋਕ। ਤੇ ਉਹ ਜਿਹੜੇ ਇਹਨਾਂ ਨੇ ਜਿਹੜੇ ਨੈਸ਼ਨਲ ਮੀਡੀਆ ਵਾਲਿਆਂ ਨੇ 2-4 ਰਿਪੋਰਟਾਂ ਬਣਾ ਕੇ ਵਿਖਾਤੀਆਂ ਜੀ, ਸੰਗਤ ਵਾਪਸ ਚਲ ਗਏ ਜੀ, ਕਿਸਾਨ ਦਾ ਇਹੋ ਜਿਹੀ ਕੋਈ ਗੱਲ ਨਹੀਂ ਆ। ਮੋਰਚਾ ਚੜ੍ਹਦੀ ਕਲਾ 'ਚ ਅੱਗੇ ਨਾਲੋਂ ਵੀ ਜ਼ਿਆਦਾ ਸੰਗਤ ਆ, ਕੋਈ ਇਹੋ ਜਿਹੀ ਗੱਲ ਨਹੀਂ। ਬਾਕੀ ਲੰਗਰ ਉੱਦਾਂ ਹੀ ਸਾਰਾ ਕੁਝ ਇੱਕ ਤਰ੍ਹਾਂ ਤੋਂ। ਮੈਂ ਆਪਣੇ ਜਿਹੜੇ ਘਰ ਮੇਰੇ ਵੀਰ ਬੈਠੇ ਲੋਕ, ਉਹਨਾਂ ਨੂੰ ਸੁਣਾ ਦੇਣਾ ਚਾਹੁੰਦਾ ਵੀ ਇਹਨਾਂ ਅਫਵਾਹਾਂ 'ਚ ਨਾ ਆਇਆ ਕਰੋ। ਜੇ ਤੁਸੀਂ ਸੱਚਾਈ ਜਾਣਨੀ ਹੈ, ਗਰਾਊਂਡ ਜ਼ੀਰੋ ਤੇ ਵੇਖਣਾ ਚਾਹੁੰਦੇ ਵੀ ਕੀ ਸੱਚ ਹੈ ਕੀ ਝੂਠ, ਆਪਾਂ ਘਰ ਬੈਠੇ ਇੱਕ ਦੂਜੇ ਨੂੰ ਕਮੈਂਟ ਨਾ ਕਰੀਏ ਰਾਜੇਵਾਲ ਗਦਾਰ, ਸਿੱਧੂ ਗਦਾਰ, ਲੱਖਾ ਸਿਧਾਣਾ ਗਦਾਰ। ਇਸ ਤਰ੍ਹਾਂ ਅਸੀਂ ਗਦਾਰਾਂ ਨਾਲੋਂ ਘੱਟ ਨਹੀਂ ਜੇ ਅਸੀਂ ਘਰੇ ਰਜਾਈਆਂ 'ਚ ਬੈਠੇ ਕਮੈਂਟ ਮਾਰ। ਜੇ ਆਪਾਂ ਕੁਝ ਕਰਨਾ ਆਪਣੇ ਵਾਸਤੇ, ਆਪਣੀ ਕਿਸਾਨੀ ਵਾਸਤੇ, ਇੱਥੇ ਆਓ, ਤੁਹਾਨੂੰ ਹਰ ਇੱਕ ਗੱਲ ਦਾ ਪਤਾ ਲੱਗ ਜਾਏਗਾ ਕਿਹੜਾ ਸੱਚਾ ਤੇ ਕਿਹੜਾ ਝੂਠਾ। ਐਵੇਂ ਘਰੇ ਬੈਠੇ ਹੋ ਜੀਆਂ ਰਿਪੋਰਟਾਂ ਪੜ੍ਹ ਕੇ ਐਵੇਂ ਕਮੈਂਟ ਕਰਨਾ ਕੋਈ ਵਧੀਆ ਗੱਲ ਨਹੀਂ ਹੈਗੀ। ਤੇ ਅੰਦੋਲਨ ਚੜ੍ਹਦੀ ਕਲਾ ਜੀ। ਹਾਂਜੀ, ਰੋਜ਼ ਡੇ ਸੀਗਾ ਕੱਲ, ਕਿਸਾਨਾਂ ਵੱਲੋਂ ਰੋਜ਼ ਡੇ ਦਾ ਜਿਹੜਾ ਫਰਜ਼ ਆ ਉਹ ਨਿਭਾਇਆ ਗਿਆ ਤੇ ਸਰਕਾਰ ਨੇ ਜਿਹੜਾ ਫਰਜ਼ ਨਿਭਾਇਆ ਉਸ ਨੂੰ ਕਿਸ ਤਰ੍ਹਾਂ ਦੇਖਦੇ ਹੋ? ਵੇਖੋ ਜੀ, ਆਪਾਂ ਤੇ ਤੁਹਾਨੂੰ ਅੱਗੇ ਵੀ ਕਹਿ ਚੁੱਕੇ ਵੀ ਸਾਡਾ ਪਹਿਲ ਕੋਈ ਇਸ ਤਰ੍ਹਾਂ ਦੀ ਹੋਈ ਨਹੀਂ। ਚਾਹੇ ਉਹ ਡਾਂਗਾ ਮਾਰਨਗੇ, ਆਪਾਂ ਨੂੰ ਹੱਥ ਹੀ ਜੋੜਾਂਗੇ, ਸਵਾਗਤ ਹੀ ਕਰਾਂਗੇ, ਇਹੋ ਜਿਹੀ ਕੋਈ ਗੱਲ ਨਹੀਂ ਹੈ। ਸਰਕਾਰ ਦਾ ਮੌਕਾ ਲੱਭਦੀ ਹੈ ਕੋਈ ਨਾ ਕੋਈ ਇਸ ਤਰ੍ਹਾਂ ਦੇ ਹਰਕਤਾਂ ਕਰਕੇ ਕੋਝੀਆਂ ਵੀ ਇਹਨਾਂ ਨੂੰ ਕਿਸਾਨਾਂ ਨੂੰ ਅੰਦੋਲਨ ਨੂੰ ਭੜਕਾਇਆ ਜਾਵੇ ਜਾਂ ਕਿਸ ਤਰ੍ਹਾਂ ਵੀ ਕੋਈ ਨਾ ਕੋਈ ਗਲਤੀ। ਪਰ ਨਹੀਂ, ਲੋਕ ਕਿਸਾਨ ਸਿਆਣੇ ਨੇ, ਸਾਡੇ ਜਿਹੜੇ ਆਗੂ ਬਹੁਤ ਸਿਆਣੇ ਨੇ, ਬਿਲਕੁਲ ਅੰਦੋਲਨ ਨੂੰ ਐ ਬੜੇ ਵਧੀਆ ਤਰੀਕੇ ਨਾਲ ਹੈਂਡਲ ਕਰ ਰਹੇ। ਕੋਈ ਇਸ ਤਰ੍ਹਾਂ ਦੀ ਗੱਲ ਨਹੀਂ ਹੋਊਗੀ। ਇਹ ਚਾਹੁੰਦੇ ਵੀ ਜੇ ਅਸੀਂ ਆਪਣੇ ਮਕਸਦ 'ਚ ਕਾਮਯਾਬ, ਕਦੀ ਕਾਮਯਾਬ ਨਹੀਂ ਹੋਣਗੇ, ਇਹੋ ਜਿਹੀ ਕੋਈ ਚੱਕਰ ਨਹੀਂ ਹੈ। ਜੀ ਧੰਨਵਾਦ ਜੀ। ਸਾਡੇ ਨਾਲ ਬਾਪੂ ਜੀ ਨੇ। ਹਾਂਜੀ, ਕੀ ਨਾਮ ਹੈ ਜੀ ਆਪਣਾ? ਲੱਖਾ ਸਿੰਘ ਜੀ। ਲੱਖਾ ਸਿੰਘ ਜੀ, ਕੀ ਲੱਗ ਰਿਹਾ ਹੈ ਜਿਹੜਾ ਕਿਸਾਨ ਨੇ ਉਹਨਾਂ ਵੱਲੋਂ ਫੁੱਲ ਉਗਾਏ ਗਏ ਨੇ ਸਵਾਗਤ ਲਈ, ਤੇ ਜਿਹੜੀਆਂ ਸਰਕਾਰਾਂ ਨੇ ਉਹ ਕੰਡਿਆਂ ਵਾਲੀਆਂ ਤਾਰਾਂ ਲਗਾ ਰਹੀਆਂ ਨੇ, ਨਕੀਲੇ ਸਰੀਏ ਲਗਾ ਰਹੀਆਂ ਨੇ, ਕਿਸ ਤਰ੍ਹਾਂ ਕੀ ਅੰਤਰ ਲੱਗਦਾ ਤੁਹਾਨੂੰ ਇਹ ਸਰਕਾਰਾਂ ਤੇ ਕਿਸਾਨਾਂ 'ਚ? ਇਹ ਸਰਕਾਰਾਂ ਜੀ ਜੋ ਕਰ ਰਹੀਆਂ ਠੀਕ ਹੀ ਕਰ ਰਹੀਆਂ ਜੀ। ਇਹਨਾਂ ਦਾ ਫਿਰ ਇਹ ਜ਼ਿਮੀਂਦਾਰ ਜਿਹੜਾ ਜੀ ਕੋਈ ਅੰਦੋਲਨ ਸਾਡਾ ਜੀ ਗਲਤ ਕੋਈ ਮਤਲਬ ਨਹੀਂ ਉਠਾਏਗਾ, ਉਹ ਆਪਣਾ ਪਰ ਸ਼ਾਂਤੀਪੂਰਵਕ ਸੇ ਕਰੇਗਾ। ਤੇ ਸਰਕਾਰਾਂ ਜੋ ਤਗੜੀਆਂ ਨੇ, ਕੀ ਕਰੀਏ, ਸਰਕਾਰਾਂ ਦਾ ਹੱਕ ਅਸੀਂ ਆਪਣਾ ਹੱਕ ਮੰਗਨੇ ਆ। ਕਾਲੇ ਕਾਨੂੰਨ ਉਹ ਜਿਹੜੇ ਉਸ ਕਰਨਾ ਤੇ ਅਸੀਂ ਆਪਣੇ ਘਰ ਨੂੰ ਜਾਵਾਂਗੇ ਇਹਨਾਂ ਦਾ। ਜੀ ਧੰਨਵਾਦ ਜੀ। ਤੇ ਤੁਹਾਨੂੰ ਦਿਖਾਉਂਦੇ ਆ ਤਸਵੀਰਾਂ ਇੱਕ ਵਾਰ ਫਿਰ ਤੋਂ। ਕਿਸਾਨਾਂ ਵੱਲੋਂ ਫੁੱਲ ਉਗਾਏ ਗਏ ਨੇ ਤੇ ਸਰਕਾਰਾਂ ਵੱਲੋਂ ਨਕੀਲੇ ਕੰਡੇ ਨੇ, ਨਕੀਲੀਆਂ ਤਾਰਾਂ ਨੇ ਜਿਹੜੀਆਂ ਉਹ ਲਗਾਈਆਂ ਜਾ ਰਹੀਆਂ ਨੇ। ਵੀਰ ਨੇ ਇੱਥੇ ਹਰੇ ਚਾਰੇ ਦੀ ਤੂੜੀ ਦੀ ਟਰਾਲੀ ਲੈ ਕੇ ਪਹੁੰਚੇ ਨੇ ਨਿੰਗ ਸਿੰਘਾਂ ਦੀਆਂ ਫੌਜਾਂ ਵਾਸਤੇ, ਘੋੜਿਆਂ ਵਾਸਤੇ। ਸਾਡੇ ਨਾਲ ਵੀਰ ਨੇ ਇੱਥੇ, ਉਹਨਾਂ ਨਾਲ ਵੀ ਗੱਲ ਕਰਾਂਗੇ ਉਹ ਕਿਸ ਤਰ੍ਹਾਂ ਦੇਖਦੇ ਨੇ ਇਸ ਅੰਦੋਲਨ ਨੂੰ। ਹਾਂਜੀ, ਕੀ ਨਾਮ ਹੈ ਜੀ? ਮੇਰਾ ਨਾਂ ਜੀ ਗੁਰਵਿੰਦਰ ਸਿੰਘ। ਗੁਰਵਿੰਦਰ ਸਿੰਘ ਜੀ, ਕਿੱਥੋਂ ਆਏ ਹੋ? ਆਪਾਂ ਵੀਰ ਜੀ ਜਲੰਧਰ ਜ਼ਿਲ੍ਹੇ ਤੋਂ, ਪਿੰਡ ਸ਼ਮਸ਼ਾਬਾਦ ਤੋਂ ਆਏ ਹਾਂ ਜੀ। ਕਿੰਨਾ ਟਾਈਮ ਹੋ ਗਿਆ ਇੱਥੇ ਅੰਦੋਲਨ 'ਚ ਡਟੇ ਹੋ? ਆਪਾਂ ਜੀ ਪਹਿਲੇ ਜਿਹੜੀ 27 ਤਰੀਕ ਨੂੰ ਇੱਥੇ ਪਹੁੰਚ ਗਏ ਸੀ, ਜਿੱਦਣ ਪਹਿਲੇ ਦਿਨ ਆਪਣੀਆਂ ਟਰਾਲੀਆਂ ਸਭ ਤੋਂ ਜਦੋਂ ਪੰਜਾਬ ਤੋਂ ਕਾਫਲੇ ਚੱਲੇ ਸੀ ਜੀ। ਹਾਂਜੀ, ਕੀ ਲੱਗ ਰਿਹਾ ਹੈ ਇੱਥੇ ਸਰਕਾਰਾਂ ਤਰ੍ਹਾਂ ਦੇ ਬਿਆਨ ਦੇ ਰਹੀਆਂ ਨੇ, ਮੋਦੀ ਭਗਤ ਨੇ ਜਿਹੜੇ ਇਦਾਂ ਦੇ ਬਿਆਨ ਦੇ ਰਹੇ ਨੇ, ਸਰਕਾਰਾਂ ਵੱਲੋਂ ਨਕੀਲੀਆਂ ਤਾਰਾਂ ਲਗਾਈਆਂ ਜਾਂਦੀਆਂ ਨੇ, ਸਰੀਏ ਲਗਾਏ ਜਾਂਦੇ ਨੇ ਤਿੱਖੇ ਕਰਕੇ, ਪਰ ਕਿਸਾਨ ਫੁੱਲ ਉਗਾ ਰਹੇ ਨੇ, ਕੀ ਲੱਗਦਾ ਜੀ? ਦੇਖੋ ਜੀ, ਕਿਸਾਨਾਂ ਦਾ ਤਾਂ ਇਹ ਸੰਘਰਸ਼ ਇੰਨਾ ਮਤਲਬ ਕਹਿਣਾ ਵੀ ਹੋ ਗਿਆ ਲੰਬਾ। ਜਿਹੜਾ ਸਰਕਾਰ ਤਾਂ ਆਪਣੇ ਵੀ ਕਹਿ ਰਹੀ ਵੀ ਅਸੀਂ ਹਜੇ ਵੀ ਇਹ ਜਿਹੜੇ ਕਾਲੇ ਕਾਨੂੰਨ ਆ ਵੀ ਤੁਹਾਡੀ ਰੇਖ ਦੇਖ 'ਚ ਬਣਾਏ ਆ, ਤੁਹਾਡੇ ਲਈ ਬਣਾਏ ਆ। ਪਰ ਇੱਕ ਗੱਲ ਦੱਸੋ ਤੁਸੀਂ, ਜੇ ਸਾਡੀ ਰੇਖ ਦੇਖ 'ਚ ਹੁੰਦੇ ਸਾਨੂੰ ਕੀ ਲੋੜ ਹੈ ਇੱਥੇ ਇੰਨੇ ਦਿਨ ਰਹਿਣ ਦੀ ਜੀ? ਇਹ ਕਹਿ ਰਹੇ ਆ ਕਿ ਉੱਥੇ 50,000 ਬੰਦਾ ਆ, ਲੱਖ ਬੰਦਾ ਆ। ਇਹਨਾਂ ਨੂੰ ਪੁੱਛਣ ਵਾਲਾ ਹੋਵੇ, ਟਰੈਕਟਰ ਟਰਾਲੀਆਂ ਦੀ ਗਿਣਤੀ ਕਰਕੇ ਦੇਖ ਲੈਣ, ਉਹ ਵੀ ਲੱਖਾਂ ਦੇ ਵਿੱਚ ਹੋ ਗਈ ਹੈ ਜੀ। ਤੇ ਬੰਦਿਆਂ ਦੀ ਗਿਣਤੀ ਤੇ ਕਰੋੜਾਂ ਦੇ ਵਿੱਚ ਹੋ ਗਈ ਹੁਣ। ਜੀ ਧੰਨਵਾਦ ਜੀ। ਵੀਰ ਜੀ, ਇਹ ਕੀ ਕਾਰਨ ਹੋ ਗਿਆ ਸੀਗਾ ਜਿਹੜੀ ਇਹ ਦੁਰਘਟਨਾ ਹੋਈ ਆ, ਬਾਂਹ ਕੱਟੀ ਗਈ ਹੈ? ਇਹ ਵੀਰ ਜੀ ਆਪਣੇ ਹੋ ਗਏ 10 ਕੁ ਸਾਲ ਪਹਿਲਾਂ, ਜਿੱਦਾਂ ਆਪਣੇ ਪਸ਼ੂਆਂ ਲਈ ਚਾਰਾ ਕੁਤਰਦੇ ਆਪਣੇ ਇਹ ਹੱਥ ਆ ਗਿਆ ਸੀ ਵਿੱਚ। ਹਾਂਜੀ, ਤੇ ਉਸ ਜਦੋਂ ਇਹ ਹੱਥ ਕੱਟਿਆ ਗਿਆ ਤੇ ਜਿਹੜੀ ਆਪਣੇ ਮਾਰਕੀਟ ਕਮੇਟੀ ਆ ਉੱਚੋਂ ਕੋਈ ਫੰਡ ਵਗੈਰਾ ਮਿਲਿਆ ਸੀਗਾ? ਇਹ ਮਿਲਦਾ ਹੈ ਕਿਉਂਕਿ ਸਾਡੇ ਕਿਸਾਨਾਂ ਨੂੰ ਜੇ ਕੋਈ ਇਦਾਂ ਦੀ ਦੁਰਘਟਨਾ ਹੋ ਜਾਵੇ, ਹੁਣ ਸਰਕਾਰਾਂ ਦੀਆਂ ਜਿਹੜੀਆਂ ਨੀਤੀਆਂ ਨੇ ਉਹ ਚੀਜ਼ਾਂ ਨੂੰ ਬੰਦ ਕਰਨ ਜਾ ਰਹੀ ਆ, ਇਹ ਕਾਨੂੰਨਾਂ 'ਚ ਉਹ ਵੀ ਸ਼ਾਮਲ ਹੋ ਜਾਣਾ ਹੈ। ਉਹ ਵੀ ਮੰਡੀਆਂ ਖਤਮ ਹੋ ਗਈਆਂ, ਜਦੋਂ ਮਾਰਕੀਟ ਕਮੇਟੀ ਖਤਮ ਹੋ ਗਈ ਤੇ ਇਦਾਂ ਦੀ ਜਿਹੜੀ ਦੁਰਘਟਨਾ ਵਾਪਰਦੀ ਆ ਉਹਦੇ ਤੇ ਵੀ ਕੋਈ ਫੰਡ ਨਹੀਂ ਮਿਲਣਾ, ਕੁਝ ਨਹੀਂ ਮਿਲਣਾ। ਉਦੋਂ ਮਿਲਿਆ ਸੀਗਾ? ਹਾਂਜੀ, ਉਦੋਂ ਮਿਲਿਆ ਸੀ ਜੀ। ਹੁਣ ਕਿਵੇਂ ਲੱਗ ਰਿਹਾ ਜਿਹੜੇ ਕਾਨੂੰਨ ਨੇ ਇਦਾਂ ਦੀ, ਜੇ ਕਿਸੇ ਕਿਸਾਨ ਨਾਲ ਦੁਰਘਟਨਾ ਹੁੰਦੀ ਆ ਤੇ ਉਹ ਜਿਹੜੇ ਫੰਡ ਨੇ ਉਹ ਵੀ ਮਿਲਣੇ ਬੰਦ ਹੋ ਜਾਣੇ ਨੇ ਜਦੋਂ ਮੰਡੀਆਂ ਹੀ ਨਹੀਂ ਰਹੀਆਂ?
ਦੇਖੋ ਜੀ, ਜਦ ਮਾਰਕੀਟ ਕਮੇਟੀ ਨਹੀਂ ਰਹੂਗੀ ਤਾਂ ਫੰਡ ਕਿੱਥੋਂ ਆਉਣਗੇ? ਜਦ ਮਾਰਕੀਟ ਕਮੇਟੀ ਹੈ ਤਾਂ ਫੰਡ ਹੈ ਜੀ। ਹਜੇ ਤੱਕ ਜਿੰਨਾ ਟਾਈਮ ਮਾਰਕੀਟ ਕਮੇਟੀ ਚੱਲਦੀ ਆ, ਆਪਣੇ 2-3 ਅੱਗੇ ਵੀ ਦੁਰਘਟਨਾ ਹੋਈਆਂ ਥੋੜਾ ਟਾਈਮ ਪਹਿਲਾਂ, ਤੇ ਉਹਨਾਂ ਨੂੰ ਫੰਡ ਮਿਲਿਆ। ਜਦੋਂ ਮਾਰਕੀਟ ਕਮੇਟੀ ਨਹੀਂ ਰਹੂਗੀ ਤੇ ਉਹਨਾਂ ਨੂੰ ਫੰਡ ਵੀ ਨਹੀਂ ਮਿਲੂਗਾ। ਇਹ ਸਰਕਾਰ ਤਾਂ ਇਹ ਹੌਲੀ ਹੌਲੀ ਪੈਸਾ ਜੋੜਨ ਨਾਲ ਹੋਈ ਹੈ ਵੀ ਜਿਹੜਾ ਲੋਕਾਂ ਨੂੰ ਮਾੜਾ ਮੋਟੀ ਦੁਰਘਟਨਾ ਦੇ ਵਿੱਚ ਦੇਣਾ ਪੈ ਰਿਹਾ ਉਹ ਨਾ ਦਿੱਤਾ ਜਾਵੇ। ਜੇ ਬਾਹਰਲੀਆਂ ਸਟੇਟ ਦੇ ਹਿਸਾਬ ਨਾਲ ਦੇਖਿਆ ਜਾਵੇ ਤੇ ਮੇਰੇ ਬ੍ਰਦਰ ਸੀ ਬਾਹਰ, ਤੇ ਉਹ ਮੈਨੂੰ ਦੱਸ ਰਹੇ ਸੀ ਵੀ ਜੇ ਇਹੀ ਦੁਰਘਟਨਾ ਤੇਰੀ ਇੱਥੇ ਹੋਈ ਹੁੰਦੀ ਨਾ, ਤੇ ਮਤਲਬ ਸਰਕਾਰ ਨੇ ਤੇਰਾ ਟੋਟਲੀ ਖਰਚਾ ਚੱਕਣਾ ਸੀ ਉਮਰ ਭਰ ਦਾ। ਤੇ ਪਰ ਆਪਣੇ ਤੇ ਇੱਥੇ ਮੈਂ ਕਹਿੰਦਾ ਵੀ ਜੇ ਜਿੰਨਾ ਖਰਚਾ ਹੁੰਦਾ ਕਿਸਾਨ ਤੇ ਜਾਂ ਕਿਸੇ ਵੀਰ ਤੇ ਸੱਟ ਲੱਗਣ ਤੋਂ ਬਾਅਦ 'ਚ, ਇੱਦਾਂ ਦੀ ਦੁਰਘਟਨਾ ਹੋਣ ਤੋਂ ਬਾਅਦ 'ਚ ਉਹਦਾ ਹਸਪਤਾਲ ਦਾ ਖਰਚਾ ਦੇ ਦੇਣ ਤਾਂ ਉਹ ਵੀ ਬਹੁਤ ਵੱਡੀ ਗੱਲ ਹੈ ਜੀ। ਜੀ ਧੰਨਵਾਦ ਜੀ। ਹਾਂਜੀ, ਇਹ ਸਨ ਵੀਰ, ਪਰ ਇੱਕ ਬਾਹ ਨਹੀਂ ਹੈਗੀ। ਜਦੋਂ ਤੋਂ ਅੰਦੋਲਨ ਇੱਥੇ ਪਹੁੰਚਿਆ ਫਿਰ ਵੀ ਇੱਥੇ ਸਾਥ ਦੇ ਰਹੇ ਨੇ, ਕਿਸਾਨੀ ਅੰਦੋਲਨ 'ਚ ਡਟੇ ਨੇ। ਤੇ ਹੋਰ ਵੀ ਇੱਥੇ ਸਿੰਘ ਸਾਹਿਬ ਨੇ, ਉਹਨਾਂ ਨਾਲ ਕਰਾਂਗੇ ਗੱਲ। ਹਾਂਜੀ ਖਾਲਸਾ ਜੀ, ਕੀ ਨਾਮ ਹੈ ਜੀ? ਮਸਤਾਨ ਸਿੰਘ ਜੀ। ਜੀ ਕੀ ਲੱਗ ਰਿਹਾ ਹੈ, ਸਰਕਾਰਾਂ ਤਾਂ ਨਕੀਲੇ ਸਰੀਏ ਲਗਾ ਰਹੀਆਂ ਨੇ, ਕੰਡੀਆਂ ਵਾਲੀਆਂ ਤਾਰਾਂ ਲਗਾ ਰਹੀਆਂ ਨੇ, ਪਰ ਇੱਥੇ ਫੁੱਲ ਲਗਾਏ ਗਏ ਨੇ ਕਿਸਾਨਾਂ ਵੱਲੋਂ ਤੇ ਸਿੰਘਾਂ ਵੱਲੋਂ? ਜਿਹੜੀ ਖਾਲਸਾ ਫੌਜ ਹੈ, ਕੱਲੀ ਖਾਲਸਾ ਫੌਜ ਨਹੀਂ, ਸਮੁੱਚਾ ਜਿਹੜਾ ਪੰਥ ਹੈ, ਤੇ ਪੰਥ ਦੇ ਵਿੱਚ ਜਿੰਨੇ ਵੀ ਸਿੱਖ ਪਰਿਵਾਰ 'ਚ ਜਨਮੇ ਨੇ ਉਹ ਸਾਰਾ ਹੀ ਪੰਥ ਆ, ਤੇ ਪੰਥ ਦੇ ਮੈਂਬਰ ਨੇ, ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਦੇ ਮੈਂਬਰ ਨੇ। ਸਾਨੂੰ ਸਭ ਤੋਂ ਪਹਿਲਾਂ ਜਦੋਂ ਪੰਜ ਪਿਆਰਿਆਂ ਦੀ ਸਾਜਨਾ ਕੀਤੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ, ਤੇ ਮੈਂ ਇੱਕ ਉਦਾਹਰਨ ਦਿੰਦਾ ਇਤਿਹਾਸ ਦੇ ਵਿੱਚੋਂ। ਮੈਂ ਪਹਿਲਾਂ ਬੇਨਤੀ ਕੀਤੀ ਦੂਜੇ ਚੈਨਲ ਵਾਲਿਆਂ ਨੂੰ ਵੀ ਗੁਰਬਾਣੀ ਦੇ ਅਕੋਰਡਿੰਗ ਤੇ ਇਤਿਹਾਸ ਦੇ ਅਕੋਰਡਿੰਗ ਹੀ ਸਾਨੂੰ ਚੱਲਣਾ ਸਾਡਾ ਫਰਜ਼ ਆ। ਗੁਰੂ ਮਹਾਰਾਜ ਜੀ ਨੇ ਪਹਿਲੇ ਪਿਆਰੇ ਭਾਈ ਸਾਹਿਬ ਜੀ ਦਾ ਨਾਮ ਪਤਾ ਕੀ ਰੱਖਿਆ? ਦਇਆ ਸਿੰਘ ਜੀ। ਭਾਵ ਸਿੱਖ ਦੇ ਹਿਰਦੇ 'ਚ ਦਇਆ ਬੜੀ ਜ਼ਰੂਰੀ ਆ, ਤੇ ਅੱਜ ਉਹ ਪ੍ਰਤੱਖ ਅੱਜ ਵੀ ਬਰਕਰਾਰ ਹੈ। ਇਹਨਾਂ ਨਕਮੀਆਂ ਸਰਕਾਰਾਂ ਨੇ, ਗੌਰਮੈਂਟ ਨੇ ਸਾਡੇ ਰਾਹਾਂ ਦੇ ਵਿੱਚ ਕੰਡੇ ਵਿਛਾਏ ਤੇ ਵਿਛਾਉਂਦੀ ਆ ਰਹੀ ਹੈ, ਤੇ ਅੱਜ ਪੂਰੀ ਜਾਗਦੀ ਉਦਾਹਰਣ ਹੈ, ਜਿਉਂਦੀ ਉਦਾਹਰਣ ਹੈ ਵੀ ਇਹਨਾਂ ਨੇ ਆ ਸਾਹਮਣੇ ਤੁਸੀਂ ਦੇਖ ਰਹੇ ਹੋ ਬੈਰੀਗੇਟ ਲੱਗੇ ਆ, ਕੰਟੇਨਰ ਥੱਲੇ ਆ, ਕੰਡਿਆਲੀ ਤਾਰ ਲੱਗੀ ਆ, ਤੇ ਨਾਲ ਇਹਨਾਂ ਨੇ ਕਿੱਲਾਂ ਲਾਈਆਂ ਹੋਈਆਂ ਜਿੱਥੇ ਆ ਹੁਣ ਸਿੰਘਾਂ ਦਾ ਆਪਣਾ ਸਾਡਾ ਮੋਰਚਾ ਲੱਗਿਆ। ਸਾਡੇ ਸਿੰਘ ਸ਼ੁਰੂ ਤੋਂ ਬੈਠੇ ਇੱਥੇ ਜੀ, ਔਰ ਉਸ ਦੇ ਬਦਲੇ ਆ ਤੁਸੀਂ ਦੇਖ ਸਕਦੇ ਹੋ ਖਾਲਸੇ ਨੇ ਬਗੀਚੀ ਬਣਾਤੀ, ਜਿਹੜਾ ਕੰਡਿਆਂ ਦੀ ਬਜਾਏ ਕੰਡਿਆਂ ਦਾ ਜਿਹੜਾ ਜਵਾਬ ਸੀ ਉਹ ਫੁੱਲਾਂ ਵਿੱਚ ਦਿੱਤਾ ਜੀ। ਇੱਥੋਂ ਪ੍ਰਸਿੱਧ ਹੁੰਦਾ ਆ ਕਿ ਜਿਹੜਾ ਸਿੱਖ ਧਰਮ ਹੈ, ਸਿੱਖ ਇਹ ਕਿਸੇ ਤੇ ਵਾਰ ਨਹੀਂ ਕਰਦਾ, ਕਿਸੇ ਨਾਲ ਧੱਕਾ ਨਹੀਂ ਕਰਦਾ, ਕਿਸੇ ਨਾਲ ਵੈਰ ਵਿਰੋਧ ਨਹੀਂ ਕਰਦਾ, ਈਰਖਾ ਨਹੀਂ ਕਰਦਾ। ਇਹ ਪਿਆਰ ਵੰਡਣ ਵਾਲਾ ਤੇ ਇਹ ਇੱਕ ਬੁਰਕੀ ਕਰਕੇ ਖਾਣ ਵਾਲਾ ਪੰਥ ਹੈ। ਸਿੱਖ ਕੌਮ ਬੜੀ ਦਿਆਲੂ ਹੈ, ਜਿਸ ਤਰ੍ਹਾਂ ਸਾਡੇ ਗੁਰੂ ਮਹਾਰਾਜ ਦਿਆਲੂ ਹਨ ਜੀ। ਅਸੀਂ ਦਿਆਲੂ ਵੀ ਹਾਂ, ਮਹਾਰਾਜ ਨੇ ਸਾਨੂੰ ਦਿਆਲੂ ਵੀ ਕੀਤਾ ਹੈ ਤੇ ਸ਼ਰਧਾਲੂ ਵੀ ਬਣਾਇਆ ਹੈ, ਤੇ ਕਿਰਪਾਲੂ ਦਾਤਾ ਹੈ ਸਾਡਾ। ਤੇ ਸਾਡੇ ਸਿੱਖ ਸਮਾਜ, ਸਿੱਖ ਭਾਈਚਾਰਾ ਤੇ ਸੰਸਥਾਵਾਂ ਵੀ ਬਹੁਤ ਕਿਰਪਾਲੂ ਹਨ। ਬੜੇ ਵੱਡੇ ਲੰਗਰ ਲਾਏ ਜਾ ਰਹੇ ਨੇ, ਖੀਰਾਂ ਦੇ, ਬਦਾਮਾਂ ਦੇ। ਮੈਂ ਨਾ ਵੀ ਕੋਈ ਇੱਥੇ ਕਹਿਣ ਦੀ ਗੱਲ ਹੀ ਨਹੀਂ ਜੀ, ਕਹਿਣ ਸੁਣਨ ਤੋਂ ਗੱਲ ਪਰੇ ਆ। ਸੋ ਨਾਲ ਹੀ ਨਾਲ ਇੱਕ ਹੋਰ ਦੇਖਣ ਨੂੰ ਬਹੁਤ ਵੱਡਾ ਮਿਲਿਆ ਦ੍ਰਿਸ਼, ਜਿਹੜਾ ਆ ਇੱਥੇ ਘੋੜਿਆਂ ਦੀ ਫਿਕਰ ਬੜੀ ਕੀਤੀ ਜਾ ਰਹੀ ਆ ਜੀ। ਗੁਰੂ ਪਾਤਸ਼ਾਹ ਜੀ ਦੇ, ਗੁਰੂ ਪੰਥ ਦੇ ਘੋੜਿਆਂ ਦੀ ਸੇਵਾ ਵੀ ਨਗਰ ਸੰਗਤਾਂ ਪੰਜਾਬ ਤੋਂ ਟਰੈਕਟਰ ਟਰਾਲੀਆਂ ਤੇ ਭਰ ਕੇ ਤੂੜੀ, ਦਾਣਾ, ਛੋਲੇ ਤੇ ਹੋਰ ਬਹੁਤ ਸਾਰੇ ਘੋੜਿਆਂ ਵਾਸਤੇ ਪਦਾਰਥ, ਝੁੱਲ, ਜਿਹੜੇ ਘੋੜਿਆਂ ਨੂੰ ਸਰਦੀ ਤੋਂ ਬਚਾਉਣ ਵਾਸਤੇ ਉੱਪਰ ਪਾਏ ਜਾਂਦੇ ਆ, ਤੇ ਸਿੰਘਾਂ ਵਾਸਤੇ ਆਸਣ, ਰਗੜੇ ਲਾਉਣ ਵਾਸਤੇ ਬਦਾਮ, ਹਰ ਚੀਜ਼ ਦੀ ਰਸਤ ਬਸ ਦੀ ਕੋਈ ਕਮੀ ਨਹੀਂ ਆਉਣ ਦੇ ਰਹੀ। ਗੁਰੂ ਪਾਤਸ਼ਾਹ ਦੀ ਕਿਰਪਾ ਨਾਲ ਸੰਗਤ ਦਾ ਬੜਾ ਉਤਸ਼ਾਹ ਹੈ, ਤੇ ਸੰਗਤ ਨੂੰ ਹੋਰ ਅਪੀਲ ਕਰਦਾ ਹਾਂ ਮੈਂ ਕਿ ਵੱਧ ਤੋਂ ਵੱਧ ਜਿਹੜੀਆਂ ਸੰਗਤਾਂ ਹਜੇ ਵੀ ਘਰੇ ਬੈਠੀਆਂ ਨੇ ਵੀ ਉਹ ਭਾਈ ਇਸ ਅੰਦੋਲਨ ਦੇ ਵਿੱਚ ਆਪਣਾ ਯੋਗਦਾਨ ਜ਼ਰੂਰ ਪਾਉਣ। ਇੱਕ ਉਦਾਹਰਣ ਆ ਵੀ ਕਹਿੰਦੇ ਜੰਗਲ ਨੂੰ ਲੱਗੀ ਅੱਗ, ਜੰਗਲ ਨੂੰ ਅੱਗ ਲੱਗੀ, ਸਾਰੇ ਜੀਵ ਜੰਤੂ ਭੱਜ ਗਏ, ਪਰ ਇੱਕ ਚਿੜੀ ਸੀ ਉਹ ਚੁੰਝ ਭਰਦੀ ਆ ਤੇ ਜੰਗਲ ਉੱਤੇ ਪਾਉਂਦੀ ਆ, ਪਰ ਉਹ ਚਿੜੀ ਜਾਣਦੀ ਆ ਵੀ ਮੇਰੀ ਛੋਟੀ ਜੀ ਚੁੰਝ ਨਾਲ ਜੰਗਲ ਦੀ ਅੱਗ ਨਹੀਂ ਬੁਝਣੀ। ਪਰ ਉਹਨੂੰ ਕਿਸੇ ਨੇ ਪੁੱਛਿਆ, ਇੱਕ ਉਦਾਹਰਣ ਹੁੰਦੀ ਇਹ, ਉਹਨੂੰ ਪੁੱਛਿਆ ਕਿ ਭਲੀਏ ਤੇਰੀ ਇਸ ਛੋਟੀ ਜੀ ਚੁੰਝ ਨਾਲ ਇੰਨਾ ਹਜ਼ਾਰਾਂ ਕਿਲੋਮੀਟਰ ਦਾ ਜਿਹੜਾ ਜੰਗਲ ਉਹ ਕਿਵੇਂ ਬੁੱਝ ਜਾਏਗਾ, ਕਿਵੇਂ ਸ਼ਾਂਤ ਹੋ ਜਾਏਗਾ? ਉਸ ਚਿੜੀ ਦਾ ਕੀ ਜਵਾਬ ਸੀ? ਉਹ ਕਹਿੰਦੀ ਲੇਖਾ ਹੋਣਾ ਹੈ, ਧਰਮ ਰਾਜ ਦੀ ਕਚਹਿਰੀ ਦੇ ਵਿੱਚ ਜਾ ਕੇ ਮੇਰਾ ਲੇਖਾ ਹੋਣਾ ਹੈ, ਉੱਥੇ ਜਾ ਕੇ ਮੈਂ ਕਹਿ ਸਕਦੀ ਹਾਂ ਕਿ ਚੱਲਦੀ ਅੱਗ 'ਚ
ਮੱਚ ਦੇ ਭਾਂਬੜ ਦੇ ਵਿੱਚ ਮੈਂ ਆਪਣਾ ਯੋਗਦਾਨ ਪਾਇਆ ਜਿੰਨਾ ਮੇਰਾ ਬਣਦਾ ਸੀ। ਤੇ ਉਸੇ ਤਰ੍ਹਾਂ ਸਾਨੂੰ ਵੀ ਉਸ ਚਿੜੀ ਦੀ ਇੱਕ ਕਹਾਣੀ ਤੋਂ ਸਿੱਖਿਆ ਲੈ ਲੈਣੀ ਚਾਹੀਦੀ ਹੈ। ਅਸੀਂ ਇਹ ਨਾ ਸੋਚੀਏ ਵੀ ਯਾਰ ਸਾਡੇ ਨਾਲ ਜਾਣ ਨਾਲ ਕੀ ਹੋਣਾ, ਇਹ ਇਕੱਲੇ ਜੱਟ ਭਾਈਆਂ ਦਾ ਮਸਲਾ ਹੈ, ਨਾ ਤਾਂ ਇਕੱਲੇ ਪੰਜਾਬ ਦੇ ਜੱਟ ਭਾਈਆਂ ਦਾ ਮਸਲਾ ਹੈ ਜ਼ਿਮੀਂਦਾਰਾਂ ਦਾ, ਤੇ ਨਾ ਇਹ ਇਕੱਲੇ ਹਰਿਆਣੇ ਦੇ ਜਾਟ ਭਾਈਆਂ ਦਾ ਮਸਲਾ ਹੈ। ਇਹ ਮਜ਼ਦੂਰਾਂ ਦਾ, ਕਿਸਾਨਾਂ ਦਾ, ਹਰ ਇੱਕ ਬੰਦੇ ਦਾ, ਵਪਾਰੀ ਦਾ, ਖਰੀਦਣ ਵਾਲੇ ਦਾ, ਵੇਚਣ ਵਾਲੇ ਦਾ, ਬਾਣੀਏ ਦਾ, ਸੁਨਿਆਰੇ ਦਾ, ਹਰ ਬੰਦੇ ਦਾ, ਘੁਮਿਆਰ ਦਾ ਵੀ ਇਹਦੇ ਨਾਲ ਜਿਹੜਾ ਉਹ ਵੀ ਰਿਲੇਟਡ ਆ। ਕਾਹਦੇ ਨਾਲ? ਜੜ ਕਿੱਥੇ ਆ ਜਾਣੀ ਹੈ? ਇਹ ਕਿਸਾਨ ਤੇ। ਘੁਮਿਆਰ ਪਿੰਡਾਂ ਵਿੱਚ ਤੌੜੇ ਲੈ ਕੇ ਆਉਂਦੇ ਆ, ਮਟਕੇ, ਤੇ ਉਹ ਆਉਂਦੇ ਆ ਜਦੋਂ ਜੱਟ ਭਾਈ ਕਿਸਾਨ ਸਾਡੇ ਕਣਕ ਵੱਢਦੇ ਆ, ਕਣਕ ਵੱਢ ਕੇ ਘਰੇ ਲਿਆਉਂਦੇ ਆ ਤੇ ਉਹ ਘੜੇ ਖੜਕਾਉਂਦੇ ਆ। ਸਾਡੇ ਪਿੰਡਾਂ ਦਾ ਮਾਹੌਲ ਜਿਹੜਾ ਮੈਂ ਤੁਹਾਨੂੰ ਦੱਸ ਰਿਹਾ, ਆਪਾਂ ਦੇਖਿਆ ਹੋਣਾ। ਹਰ ਬੰਦਾ, ਤੇ ਜਿਹੜਾ ਬੰਦਾ ਮੰਨ ਲਓ ਵੀ ਮੈਂ ਸ਼ਸਤਰ ਵੇਚਦਾ, ਸ਼ਸਤਰ ਸੇਲ ਕਰਦਾ, ਸਤਿਗੁਰੂ ਦੀ ਅਪਾਰ ਬਖਸ਼ਿਸ਼ ਦੇ ਨਾਲ, ਰਹਿਮਤ ਸਦਕਾ, ਇਹ ਸ਼ਸਤਰ ਸਤਿਗੁਰੂ ਜੀ ਦੀ ਬਖਸ਼ਿਸ਼ ਆ। ਅਸੀਂ ਵੇਚ ਤਾਂ ਨਹੀਂ ਸਕਦੇ, ਸਾਡੀ ਔਕਾਤ ਨਹੀਂ ਸ਼ਸਤਰ ਵੇਚ ਦਈਏ, ਪਰ ਇਹਦੀ ਪ੍ਰੇਮ ਭੇਟਾ ਲੈਂਦੇ ਆ। ਜਦੋਂ ਮੈਂ ਦਮਦਮਾ ਸਾਹਿਬ ਜਾਂਦਾ ਆ, ਸਾਬੋ ਕੀ ਤਲਵੰਡੀ, ਗੁਰੂ ਕੀ ਕਾਂਸ਼ੀ, ਤਖਤ ਸਾਹਿਬ ਤੇ ਹੁੰਦਾ ਆ ਵਿਸਾਖੀ ਦਾ ਦਿਹਾੜਾ। ਸਮੁੱਚੀ ਕੌਮ ਵਿਸਾਖੀ ਦਾ ਦਿਹਾੜਾ ਧੂਮਧਾਮ ਨਾਲ ਮਨਾਉਂਦੀ ਆ। ਮੈਂ ਇੱਕ ਉਦਾਹਰਨ ਦੇ ਰਿਹਾ ਜ਼ਿਮੀਂਦਾਰ ਭਰਾਵਾਂ ਤੇ, ਕਿਸਾਨਾਂ ਤੇ। ਸੱਚਾਈ ਜਿਹੜੀ, ਤੇ ਜਿਹੜੇ ਸ਼ਸਤਰ ਹੁੰਦੇ ਨੇ ਆਪਣੇ ਕੋਲੇ, ਉਹਨਾਂ ਦੀ ਭੇਟਾ ਹੁੰਦੀ 1100, 1500, 2100 ਐਦਾਂ ਭੇਟਾ ਹੁੰਦੀ ਆ, 2000, 2500। ਤੇ ਉਦੋਂ ਕਣਕ ਦੀ ਵਾਢੀ ਜਿਹੜੀ ਸ਼ੁਰੂ ਹੁੰਦੀ ਆ ਜੀ ਵਿਸਾਖੀ ਨੂੰ, ਤੇ ਕਿਸਾਨ ਭਾਈ ਤੇ ਜਾਂ ਮਜ਼ਦੂਰ ਭਾਈ ਇਹ ਗੱਲ ਕਹਿੰਦੇ ਆ, ਬਾਬਾ ਜੀ ਇਹ ਸਿੰਘ ਸਾਹਿਬ ਸ਼ਸਤਰ ਤਾਂ ਖਰੀਦ ਲਈਏ, ਪਰ ਹੁਣ ਕਣਕ ਵੱਢ ਕੇ ਤੇ ਕਣਕ ਤੋਂ ਬਾਅਦ ਮਾਇਆ ਆਊਗੀ, ਪੈਸੇ ਆਉਣਗੇ ਤੇ ਫਿਰ ਸ਼ਸਤਰ ਖਰੀਦਾਂਗੇ ਜੀ। ਸੋ ਇਹ ਆ ਕਿ ਮੈਂ ਇੱਕ ਛੋਟਾ ਜਿਹਾ ਦੁਕਾਨਦਾਰ ਹਾਂ, ਕਿਰਤੀ ਸੇਖਾ ਮਹਾਰਾਜ ਦਾ। ਇਹ ਗੱਲ ਮੈਨੂੰ ਹਰ ਮੇਲਿਆਂ ਤੇ ਸੁਣਨ ਨੂੰ ਮਿਲਦੀ ਆ ਕਿ ਫਸਲ ਵੱਢ ਲਾਂਗੇ, ਉਸ ਤੋਂ ਬਾਅਦ ਫਸਲ ਵੇਚ ਕੇ ਅਸੀਂ ਆ ਚੀਜ਼ ਖਰੀਦਾਂਗੇ, ਚਾਹੇ 1000 ਦੀ ਆ ਚਾਹੇ 500 ਦੀ ਆ। ਗੱਲ ਇਹ ਆ ਵੀ ਹਰ ਜਿਹੜਾ ਕੰਮ ਆ, ਜਿਹੜੀ ਕੀਰਤੀ ਆ, ਉਹ ਹੈ ਹੀ ਕਿਸਾਨ ਦੇ ਨਾਲ ਆ। ਤੇ ਜੇ ਨਕਮੀਆਂ ਸਰਕਾਰਾਂ ਨੇ ਸਾਡੇ ਕਿਸਾਨ ਨੂੰ ਹੀ ਥੱਲੇ ਬਹਾ ਦਿੱਤਾ, ਜੇ ਸਾਡਾ ਕਿਸਾਨ ਹੀ ਨਾ ਰਿਹਾ ਤਾਂ ਫਿਰ ਮਜ਼ਦੂਰ ਕਿੱਥੋਂ ਰਹਿਣਗੇ? ਮਜ਼ਦੂਰ ਨੇ ਮਜ਼ਦੂਰੀ ਕਿੱਥੇ ਕਰਨੀ ਆ? ਕਿਸਾਨ ਦੇ ਖੇਤ ਵਿੱਚ। ਤੇ ਜੇ ਕਿਸਾਨ ਦੀ ਜ਼ਮੀਨ ਕਿਸਾਨ ਕੋਲੇ ਨਾ ਰਹੀ ਤੇ ਮਜ਼ਦੂਰ ਮਜ਼ਦੂਰੀ ਕਿੱਥੇ ਕਰੂ? ਮੈਂ ਬਹੁਤ ਸਾਰੇ ਲੋਕਾਂ ਤੇ ਗੱਲ ਸੁਣਦਾ ਵੀ ਆ ਰਿਹਾ ਆ, 2-2.5 ਮਹੀਨੇ ਹੋ ਚੱਲੇ ਅੰਦੋਲਨ ਨੂੰ, ਕਿ ਯਾਰ ਅਸੀਂ ਮਜ਼ਦੂਰ ਲੋਕ, ਅਸੀਂ ਕਿੱਥੋਂ ਖਾਈਏ। ਪਰ ਤੁਸੀਂ ਅੱਜ ਦੀ ਦਿਹਾੜੀ ਨਾ ਸੋਚੋ, ਜਿਸ ਘਰ ਦੇ ਵਿੱਚ 2-4 ਮੈਂਬਰ ਹੈਗੇ ਨੇ ਤੇ ਫਰਜ਼ ਬਣਦਾ ਵੀ 2 ਮੈਂਬਰ ਘਰੇ ਨੇ ਤੇ 2 ਜਾਂ 1 ਮੈਂਬਰ ਅੰਦੋਲਨ ਦੇ ਵਿੱਚ ਆ ਕੇ ਆਪਣਾ ਯੋਗਦਾਨ ਜ਼ਰੂਰ ਪਾਵੇ। ਸਾਨੂੰ ਲੋੜ ਆ ਇੱਥੇ ਇਕੱਠੇ ਹੋਣ ਦੀ, ਇੱਕ ਨਿਸ਼ਾਨ ਥੱਲੇ ਇਕੱਠੇ ਹੋਣ ਦੀ, ਇਕੱਤਰਤਾਈ ਹੋਣ ਦੀ। ਜਿਹੜੀਆਂ 5 ਉਂਗਲਾਂ ਨੇ, ਇਹ ਕੱਲੀ ਕੱਲੀ ਉਂਗਲ ਦਾ ਜਿਹੜਾ ਜ਼ੋਰ ਨਹੀਂ ਜੇ ਬਣਦਾ। ਜੇ ਆਪਾਂ ਇਹਨੂੰ ਬੰਦ ਕਰਕੇ ਇੱਕ ਮੁੱਠੀ ਕਰ ਲਈਏ ਤੇ ਗ੍ਰਿਪ ਬਣਦੀ ਆ। ਆ ਸ਼ਸਤਰ ਫੜਿਆ ਤੇ ਜੇ ਮੈਂ ਪੂਰੀ ਮੁੱਠੀ ਬੰਦ ਕੀਤੀ ਆ ਤਾਂ ਇਹਨੂੰ ਛੇਤੀ ਕੋਈ ਛਡਾ ਨਹੀਂ ਸਕਦਾ ਸ਼ਸਤਰ ਨੂੰ। ਤੇ ਮੈਂ ਆਪਣੇ ਸਤਿਗੁਰੂ ਦੀ ਬਖਸ਼ਿਸ਼ ਦੁਆਰਾ, ਉਹਦੇ ਬਖਸ਼ੇ ਬਲ ਦੇ ਨਾਲ ਇਹਨੂੰ ਵਾਹ ਸਕਦਾ, ਕਿਉਂਕਿ ਮੁੱਠੀ ਬੰਦ ਆ, ਗ੍ਰਿਪ ਬਣੀ ਹੋਈ ਆ। ਮੁੱਕੀ ਵੀ ਜੇ ਬੰਦ ਹੋ ਜੇ ਤੇ ਘਸੁੰਨ ਬਣ ਜਾਂਦਾ ਆ, ਤੇ ਜਾੜਾਂ ਤੇ ਮਾਰਨ ਨੂੰ, ਦਾੜਾਂ ਤੇ ਵੈਰੀ ਦੇ ਉਹ ਕੰਮ ਆ ਜਾਂਦਾ। ਤੇ ਜੇ ਅਸੀਂ 5 ਉਂਗਲਾਂ ਤਰ੍ਹਾਂ ਇਕੱਠੇ ਕੱਲੇ ਖਿੰਡੇ ਰਹੇ ਤੇ ਸਾਡਾ ਕੁਛ ਨਹੀਂ ਜੇ ਬਣਨਾ। ਹੁਣ ਇੱਕ ਮੈਂ ਗੱਲ ਕਹਿਣਾ ਵੀ ਵੈਸੇ ਸਾਰੇ, ਚਲੋ ਮੇਰੀ ਇਸ ਗੱਲ ਦਾ ਬੁਰਾ ਨਾ ਮਨਾਇਓ, ਵੀ ਮੈਂ ਮੋਦੀ ਦਾ ਧੰਨਵਾਦ ਕਰਦਾ ਇਸ ਗੱਲ ਦਾ ਵੀ ਮੋਦੀ ਤਾਂ ਇਹ ਘਨੌਤੀ ਹਰਕਤ ਕਰਨੀ ਸੀ ਤਾਂ ਸਾਡੀ ਕੌਮ ਨੇ ਇਕੱਤਰ ਹੋਣਾ ਸੀ। ਤੂੰ ਤਾਂ ਸਾਡਾ ਭਲਾ ਕਰਤਾ, ਸਾਡੀ ਕੌਮ ਨੂੰ ਚੰਗਾ ਇੱਕ ਸੁਨੇਹਾ ਮਿਲ ਗਿਆ ਵੀ ਯਾਰ ਚਲੋ ਸਿੰਘੂ ਬਾਰਡਰ ਤੇ ਚੱਲੀਏ, ਜਾਂ ਆਪਣੇ ਹੋਰ ਜਿਹੜੇ ਬਾਰਡਰ ਨੇ ਟਿਕਰੀ ਬਾਰਡਰ ਤੇ ਚੱਲੀਏ, ਉੱਥੇ ਜਾ ਕੇ ਦੇਖੀਏ ਜਾਂ ਯੋਗਦਾਨ ਪਾਈਏ। ਜਿਹੜੇ ਆਉਂਦੇ ਨੇ ਫਿਰ ਜਦੋਂ ਇੱਥੇ ਆਉਂਦੇ ਨੇ 2-4 ਦਿਨ ਹਾਜ਼ਰੀ ਭਰਦੇ ਨੇ, ਜਦੋਂ ਇੱਥੋਂ ਦਾ ਮਾਹੌਲ ਦੇਖਦੇ ਨੇ ਤਾਂ ਉਹਨਾਂ ਦੇ ਮਨ ਜਿਹੜੇ ਇੱਥੇ ਆ ਕੇ ਬਦਲ ਜਾਂਦੇ ਆ, ਕਿਉਂਕਿ ਇੱਥੇ ਜੋਸ਼ ਇੰਨਾ, ਉਤਸ਼ਾਹ ਇੰਨਾ, ਇੱਥੇ ਇਕੱਤਰਤਾਈ ਆ, ਇੱਥੇ ਇਨਸਾਨੀਅਤ ਜਿਹੜੀ ਦੇਖਣ ਨੂੰ ਮਿਲ ਰਹੀ ਆ। ਹਰ ਬੰਦੇ ਧਰਮ ਦੇ ਬੰਦੇ ਨਾਲ ਪਿਆਰ ਕਰ ਰਿਹਾ, ਜੀ ਭਾਈ ਕਹਿ ਕੇ ਬੋਲ ਰਿਹਾ, ਇੱਕ ਚੁੱਲ੍ਹੇ ਤੇ ਪ੍ਰਸ਼ਾਦਾ ਬਣ ਰਿਹਾ। ਨਹੀਂ, ਸਾਡੇ ਜਿਹੜਾ ਸਿਸਟਮ ਆ ਇੰਡੀਆ ਦਾ, ਸਾਡੇ ਕੋਲੇ ਟਾਈਮ ਹੀ ਨਹੀਂ। ਅੱਜ ਇੱਥੇ ਪਤਾ ਲੱਗ ਰਿਹਾ ਵੀ ਯਾਰ ਪੰਜਾਬੀ ਕੌਣ ਨੇ, ਪੰਜਾਬੀਆਂ ਦੀ ਜਿਹੜੀ ਇੱਥੇ ਪਤਾ ਲੱਗ ਰਿਹਾ ਆ
ਵੀ ਇਹ ਕੌਮ ਕੌਣ ਆ, ਕੌਣ ਬੰਦੇ ਨੇ ਪੂਰੇ ਵਰਲਡ ਵੈਸਟ ਦੀ ਤੇ ਇੱਥੇ ਜਿਹੜੇ ਆਉਣ ਜਾਣ ਵਾਲੇ ਭੈਣ ਭਾਈ ਨੇ ਉਹਨਾਂ ਨੂੰ ਵੀ। ਤੇ ਦਿੱਲੀ ਦੇ ਲੋਕਾਂ ਨੂੰ ਪੁੱਛੀਦਾ ਤੇ ਉਹ ਬੜੀ ਮਾਣ ਸਤਿਕਾਰ ਦਿੰਦੇ ਨੇ। ਸੋ ਮੈਂ ਬੇਨਤੀ ਕਰਨੀ ਚਾਹੁੰਦਾ ਆ 100 ਹੱਥ ਰੱਸਾ ਸਿਰੇ ਤੇ ਗੰਢ ਵੀ ਜਿਹੜੀ ਇਹ ਨਕੰਮੀ ਸਰਕਾਰ ਸਾਨੂੰ ਅੱਤਵਾਦੀ ਤੇ ਜਾਂ ਸਾਨੂੰ ਖਾਲਿਸਤਾਨੀ ਦੇ ਨਾਮ ਤੇ ਇਹ ਸਾਨੂੰ ਭੰਡ ਰਹੇ ਆ ਨਾ, ਸਾਨੂੰ ਤੁਹਾਡਾ ਇਹ ਖਾਲਿਸਤਾਨ ਦੀ ਲੋੜ ਨਹੀਂ। ਸਾਨੂੰ ਤਾਂ ਗੁਰੂ ਪਾਤਸ਼ਾਹ ਜੀ ਨੇ 1699 ਦੀ ਵਿਸਾਖੀ ਨੂੰ ਜਿਸ ਦਿਨ ਖਾਲਸਾ ਪੰਥ ਦੀ ਸਾਜਨਾ ਕੀਤੀ ਸੀਗੀ, ਉਸ ਦਿਨ ਪਾਤਸ਼ਾਹ ਜੀ ਨੇ ਖਾਲਿਸਤਾਨ ਦੇ ਦਿੱਤਾ ਸੀ। ਪਰ ਅਸੀਂ ਕੋਈ ਆਹ ਖਾਲਿਸਤਾਨ ਨਹੀਂ ਮੰਗਦੇ ਜਿਹੜੀਆਂ ਏਜੰਸੀਆਂ ਦੇ ਬੰਦੇ ਮੰਗਦੇ ਆ। ਉਹ ਏਜੰਸੀਆਂ ਦੇ ਲੋਕ ਨੇ। ਜਿਹੜਾ ਕਿਸਾਨ ਆ ਉਹ ਖਾਲਿਸਤਾਨ ਦੀ ਗੱਲ ਨਹੀਂ ਕਰਦਾ ਤੇ ਅੱਜ ਤੱਕ ਕਿਸੇ ਨੇ ਇੱਥੇ ਕੀਤੀ ਵੀ ਨਹੀਂ। ਇਹ ਆਪਦੇ ਵੱਲੋਂ ਬਣਾ ਗੱਲਾਂ ਛੱਡੀ ਜਾਂਦੇ ਨੇ। ਉਹ ਇਹਨਾਂ ਦੇ ਬੰਦੇ ਨੇ ਜਿਹੜੇ ਨਾਅਰੇ ਲਾ ਰਹੇ ਨੇ। ਸੋ ਮੈਂ ਬੇਨਤੀ ਕਰਦਾ ਆ, ਇਹ ਕੋਈ ਖਾਲਿਸਤਾਨੀ ਨਹੀਂ ਗੇ, ਕੋਈ ਅੱਤਵਾਦੀ ਨਹੀਂ ਗੇ, ਇਹ ਕਿਸਾਨ ਨੇ ਤੇ ਸਾਡੇ ਵਰਗੇ ਮਜ਼ਦੂਰ ਲੋਕ ਨੇ। ਔਰ ਹਰ ਬੰਦਾ ਇੱਥੇ ਆਪਣੇ ਪਰਿਵਾਰ ਨੂੰ ਲਿਆ ਰਿਹਾ, ਆਪਣੇ ਬੱਚਿਆਂ ਨੂੰ ਲਿਆ ਰਿਹਾ। ਛੋਟੇ ਛੋਟੇ ਬੱਚੇ, ਨਵੇਂ ਵਿਆਹੇ ਜੋੜੇ ਜਿਹੜੇ ਉਹ ਵੀ ਇੱਥੇ ਦੇਖਣ ਨੂੰ ਜਿਹੜੇ ਮਿਲੇ ਨੇ। ਉਹ ਬਹੁਤ ਸਾਰੇ ਪਰਿਵਾਰ ਆਏ ਆ। ਕਈ ਇਹੋ ਜਿਹੇ ਗੁਰਮੁਖ ਮਿਲੇ ਨੇ ਵੀ ਉਹਨਾਂ ਦਾ ਹਜੇ ਹਫਤਾ ਹੋਇਆ ਪਹਿਲਾਂ ਮੈਰਿਜ ਹੋਈ ਤੇ ਉਹ ਸਿੱਧੇ ਅੰਦੋਲਨ ਆ ਗਏ। ਉਹ ਕਿਤੇ ਪਿਕਨਿਕ ਲਈ ਕਿਤੇ ਇੱਧਰ ਨਹੀਂ ਗਏ, ਗੋਆ ਨਹੀਂ ਗਏ, ਕਿਤੇ ਹੋਰ ਕਿਸੇ ਜੰਮੂ ਜਾਂ ਇੱਧਰ ਕਸ਼ਮੀਰ ਜਾਂ ਕਿਸੇ ਪਾਸੇ ਵੀ ਜਾਂਦੇ ਨੇ, ਜਾਂ ਚੰਡੀਗੜ੍ਹ ਘੁੰਮਣ ਨਹੀਂ ਗਏ। ਉਹ ਸਿੱਧੇ ਅੰਦੋਲਨ ਨੂੰ ਆਏ ਨੇ। ਤੇ ਕੀ ਯਾਰ, ਇੱਥੇ ਹਿੰਦੂ ਵੀ ਨੇ, ਇੱਥੇ ਸਿੱਖ ਵੀ ਨੇ, ਇੱਥੇ ਈਸਾਈ ਵੀ ਨੇ, ਇੱਥੇ ਮੁਸਲਮਾਨ ਵੀ ਨੇ। ਕੀ ਸਾਰੇ ਇਹ ਉਹਨਾਂ ਨੂੰ ਖਾਲਿਸਤਾਨੀ ਤੇ ਜਾਂ ਅੱਤਵਾਦੀ ਦਿਸ ਰਹੇ ਨੇ? ਸੋ ਸਰਕਾਰੇ, ਤੁਹਾਡਾ ਜਿਹੜਾ ਪਰਦਾ ਫਾਸ ਹੋ ਚੁੱਕਿਆ ਤੇ ਮੋਦੀ ਤੇਰੇ ਦਿਨ ਆ ਚੁੱਕੇ ਨੇ ਨੇੜੇ। ਇੱਕ ਦੋਹਰਾ ਬਣਾਇਆ ਸਿੰਘਾਂ ਦਾ, ਕਹਿੰਦਾ ਵੈਰੀਆ ਭੱਜ ਲਾ, ਸਿੰਘ ਆ ਗਿਆ ਜੀ। ਵੈਰੀਆ ਭੱਜ ਲਾ, ਸਿੰਘ ਆ ਗਿਆ। ਤੇ ਸਿੰਘ ਦੇ ਹੱਥ ਦੇ ਵਿੱਚ ਕੀ ਆ? ਕਹਿੰਦਾ ਸਿੰਘ ਦੇ ਹੱਥ ਵਿੱਚ ਆ ਡੰਡਾ, ਤੇ ਡੰਡਾ ਕੀ ਆ? ਅਕਲਦਾਨ। ਨਿਹੰਗ ਸਿੰਘ ਬੋਲਦੇ ਡੰਡਾ ਅੰਨਿਆਂ ਦੀ ਅੱਖ, ਡੰਡਾ ਲੰਗੜਿਆਂ ਦੀ ਲੱਤ, ਤੇ ਡੰਡਾ ਵਿਗੜਿਆਂ ਤਿਗੜਿਆਂ ਨੂੰ ਦਿੰਦਾ ਮੱਤ, ਤੇ ਡੰਡਾ ਬਲਵਾਨ ਹੈ, ਡੰਡਾ ਬਹੁਤਾ ਹੀ ਬਲਵਾਨ ਹੈ। ਸੋ ਡੰਡਾ ਫੜਨ ਦਾ ਸਮਾਂ ਆ ਗਿਆ। ਹੁਣ ਕੱਲਾ ਝੰਡਾ ਨਾ, ਝੰਡੇ 'ਚ ਡੰਡਾ ਵੀ ਤਗੜਾ ਰੱਖੀਏ ਜੀ। ਝੰਡਾ ਤੇ ਡੰਡਾ, ਜੇ ਡੰਡਾ ਕਾਇਮ ਆ ਤਾਂ ਝੰਡਾ ਤਾਂ ਖੜਨਾ ਜੀ, ਤੇ ਜੇ ਡੰਡਾ ਮਾੜਾ ਤੇ ਡੰਡੇ ਨੇ ਝੰਡਾ ਨਹੀਂ ਚੱਲਣਾ ਜੀ। ਤੇ ਝੰਡਾ ਵੀ ਤਾਂ ਝੂਲਣਾ ਆ ਤੇ ਜੇ ਝੰਡਾ ਹੋਊਗਾ, ਡੰਡਾ ਹੋਊਗਾ, ਤੇ ਡੰਡੇ ਦੇ ਨਾਲ ਇੱਕ ਖੰਡਾ ਹੋਊਗਾ। ਤੇ ਖੰਡਾ ਖੜਕਾਇਆ ਬਿਨਾ ਰਾਜ ਨਹੀਂ ਮਿਲਦੇ। ਹੁਣ ਸ਼ਾਂਤਮਈ ਆ, ਇਹ ਨਹੀਂ ਕਿ ਮੈਂ ਇਕੱਲਾ ਕੁਝ ਕਰ ਦੂੰਗਾ, ਪਰ ਜਿਹੜਾ ਮਾਹੌਲ ਆ, ਜਿਹੜਾ ਉਤਸ਼ਾਹ ਚੱਲ ਰਿਹਾ ਨੌਜਵਾਨੀ 'ਚ, ਇਹ ਅੱਜ ਨੌਜਵਾਨੀ ਨੂੰ ਮੈਂ ਦੇਖ ਰਿਹਾ ਸਟੇਜਾਂ ਤੋਂ ਅਪੀਲ ਕੀਤੀ ਜਾਂਦੀ ਆ ਬਜ਼ੁਰਗਾਂ ਦੀ, ਸਿਆਣੇ ਆਗੂਆਂ ਦੀ, ਕਿ ਭਾਈ ਸ਼ਾਂਤ ਰਹਿਣਾ, ਸ਼ਾਂਤ ਪੁੱਤ ਕਰਕੇ ਇਹਨਾਂ ਨੂੰ ਸ਼ਾਂਤ ਕੀਤਾ ਜਾ ਰਿਹਾ। ਨਹੀਂ ਤੇ ਖੂਨ ਇਹ ਗੁਰੂ ਗੋਬਿੰਦ ਸਿੰਘ ਜੀ ਦਾ ਬਖਸ਼ਿਸ਼ ਹੋਇਆ ਖੂਨ ਹੈ ਇਹ ਸ਼ਾਂਤ ਰਹਿਣ ਵਾਲਾ ਨਹੀਂ। ਇਹ ਤਾਂ ਸ਼ਾਂਤ ਕਰਕੇ ਬਿਠਾਏ ਹੋਏ ਆ। ਤੇ ਇੱਥੋਂ ਤੱਕ ਦੇਖਣ ਨੂੰ ਮਿਲਿਆ ਚਿੱਟੀਆਂ ਦਾੜੀਆਂ ਸਾਡੇ ਬਜ਼ੁਰਗ ਬੁੱਢੇ ਜਰਨੈਲ। ਅੱਜ ਜਿਉਂਦੀ ਜਾਗਦੀ ਉਦਾਹਰਨ ਇੱਕ ਹੋਰ ਆ, ਜਿਹੜੇ ਆ ਟਿੱਪਣੀਆਂ ਕਰਦੇ ਨਾ ਪੰਥ ਤੇ, ਉਹਨਾਂ ਦੇ ਮੂੰਹ ਤੇ ਕਰਾਰੀ ਚਪੇੜਾ ਗੁਰਮੁਖੋ। ਕਹਿੰਦੇ ਬਾਬਾ ਦੀਪ ਸਿੰਘ ਬਿਨਾਂ ਸੀਸ ਤੋਂ ਕਿਵੇਂ ਲੜ ਪਿਆ, 80-85 ਸਾਲ ਦੀ ਉਮਰ ਦੇ ਵਿੱਚ ਬਾਬਾ ਦੀਪ ਸਿੰਘ ਨੇ ਕਿਵੇਂ ਖੰਡਾ ਖੜਕਾਤਾ। ਤੇ ਮੈਂ ਕਹਿਣਾ ਤੁਸੀਂ ਉਹ ਗੱਲ ਨੂੰ ਛੱਡੋ, ਉਹਦੇ ਵਾਰਸ ਅੱਜ ਵੀ 80-80 90-90 ਸਾਲ ਦੇ ਉੱਠ ਕੇ 3 ਵਜੇ ਨਹਾ ਰਹੇ ਨੇ ਠੰਡੇ ਪਾਣੀ ਨਾਲ। ਤੇ ਉਤਸ਼ਾਹ ਇੰਨਾ ਆ, ਸਵੇਰ ਤੋਂ ਸ਼ਾਮ ਤੱਕ ਉਹ ਪਿੱਟ ਸਿਆਪਾ ਕਰ ਰਹੇ ਨੇ ਮੋਦੀ ਦਾ। ਤੇ ਫਿਰ ਵੀ ਸ਼ਾਮ ਨੂੰ ਕਹਿੰਦੇ ਉਹ ਚੜ੍ਹਦੀ ਕਲਾ, ਨੌਜਵਾਨਾਂ ਨਾਲੋਂ ਵੀ ਜ਼ਿਆਦਾ ਬੜਕ ਮਾਰਦੇ ਨੇ ਸਾਡੇ ਬੁੱਢੇ ਜਰਨੈਲ। ਇਹ ਅੱਜ ਵੀ ਜਿਉਂਦੀ ਜਾਗਦੀ ਉਦਾਹਰਨ ਆ, ਮਿਸਾਲ ਆ। ਪੰਜਾਬ ਦੀ ਜਵਾਨੀ ਕਦੇ ਬੁੱਢੀ ਨਹੀਂ ਹੁੰਦੀ ਜੀ। ਕੀ ਲੱਗ ਰਿਹਾ ਅੰਦੋਲਨ ਦੇਖ ਕੇ, ਕੀ ਲੱਗ ਰਿਹਾ ਇਹ ਕਿਸਾਨਾਂ ਦਾ ਜੋਸ਼ ਬਰਕਰਾਰ ਆ ਤੇ ਮੋਦੀ ਨੂੰ ਝੁਕਣਾ ਪਊ? ਮੋਦੀ ਨੂੰ ਝੁਕਣਾ ਪੈਣਾ ਆ। ਮੋਦੀ ਝੁਕੂਗਾ ਤਾਂ ਚੰਗਾ ਰਹੂਗਾ, ਨਹੀਂ ਫਿਰ कोई किसी को राज ना दे है, जो ले है निज बल से ले है। शस्त्र के अधीन है राज, फिर शस्त्र ਦੇ ਅਧੀਨ ਰਾਜ ਆ। ਹਾਂ, ਜੇ ਸ਼ਸਤਰਾਂ ਨਾਲ
ਅਸ਼ਾਂਤ ਹੁੰਦਾ ਮਾਹੌਲ ਤੇ ਮੋਦੀ ਆਪਦੀ ਸਿਕਿਉਰਿਟੀ ਹਟਾਵੇ। ਜਿੰਨੇ ਸਾਡੇ ਲੀਡਰ ਨੇ ਬੀਜੇਪੀ ਦੇ ਆਪਣੀਆਂ ਸਿਕਿਉਰਿਟੀਆਂ ਹਟਾ ਲੈਣ, ਆਪਣੇ ਗਨਮੈਨ ਹਟਾ ਲੈਣ ਤੇ ਆਪਣੀ ਆਪ ਸੇਫਟੀ ਰੱਖਣ, ਆਪਣੇ ਆਪ ਨੂੰ ਲੈ ਕੇ ਚੱਲਣ, ਕੱਲੇ ਚੱਲਣ, ਫੌਜਾਂ ਹਟਾ ਲੈਣ, ਜੇ ਬਸ ਬਾਰਡਰਾਂ ਤੋਂ ਚੀਨ ਤੋਂ ਫੌਜ ਹਟਾ ਲੈਣ। ਮੈਂ ਤਾਂ ਕਹਿਣਾ ਵੀ ਚੀਨ ਹੁਣ ਕਰੇ ਕੋਈ ਹੱਲਾ ਮਾੜਾ ਜਿਹਾ ਕਰਤੱਵ, ਤੇ ਮੈਂ ਦਾਅਵੇ ਨਾਲ ਕਹਿਣਾ ਸਾਡੇ ਪੰਜਾਬੀ ਨੌਜਵਾਨਾਂ ਤੋਂ ਬਗੈਰ ਉੱਥੇ ਕਿਸੇ ਨੇ ਜੀ ਖੜਨਾ, ਕਿਸੇ ਨੇ ਨਹੀਂ ਖੜਨਾ। ਸ਼ਸਤਰ ਕੋਈ ਵੀ ਚੱਕ ਸਕਦਾ। ਜਿਹੜੇ ਕੰਕਰੀਟ ਦੀਆਂ ਦੀਵਾਰਾਂ ਕੀਤੀਆਂ ਗਈਆਂ ਨੇ, ਨਕੀਲੇ ਸਰੀਏ ਲਗਾਏ ਗਏ ਨੇ, ਲੱਗਦਾ ਨਹੀਂ ਇਹ ਚੀਨ ਦੇ ਬਾਰਡਰ ਤੇ ਜਾਂ ਪਾਕਿਸਤਾਨ ਦੇ ਬਾਰਡਰਾਂ ਤੇ ਚਾਹੀਦੀਆਂ ਸੀਗੀਆਂ, ਇੱਥੇ ਆਪਣੇ ਦੇਸ਼ ਦੇ ਵਿੱਚ ਆਪਣੇ ਕਿਸਾਨਾਂ ਲਈ ਲਗਾਤੀਆਂ। ਇਸ ਚੀਜ਼ ਨੂੰ ਦੇਖ ਕੇ ਬੜਾ ਅਫਸੋਸ ਹੋ ਰਿਹਾ। ਇੱਥੋਂ ਡਾਇਰੈਕਟਲੀ ਪਤਾ ਲੱਗ ਰਿਹਾ ਕਿ ਸਰਕਾਰ ਸਾਡੇ ਨਾਲ ਧੱਕਾ ਔਰ ਸਾਡੇ ਨਾਲ ਵਿਤਕਰਾ ਕਰ ਰਹੀ ਆ। ਇਹ ਜਿਹੜਾ ਸਿੰਘੂ ਬਾਰਡਰ ਤੇ ਇਹਨਾਂ ਨੇ ਕਿੱਲ ਲਾ ਦਿੱਤੇ, ਇਹ ਕਿਸ ਕਾਨੂੰਨ 'ਚ ਆ ਜੀ? ਇਹ ਕਾਨੂੰਨ ਦੇ ਖਿਲਾਫ ਆ। ਔਰ ਜਿਹੜਾ ਇਹਨਾਂ ਨੇ ਬੈਰੀਗੇਡ ਲਾਏ ਨੇ, ਕੰਟੇਨਰ ਠੱਲੇ ਨੇ ਔਰ ਬੀਮ ਭਰਤੇ, 4-4 ਫੁੱਟ ਬੀਮ ਭਰਤੇ, ਕੰਡਿਆਲੀ ਤਾਰ ਲਾਤੀ। ਇਸ ਤਰ੍ਹਾਂ ਤਾਂ ਇੰਨੀ ਨਫ਼ਰਤ ਨਾਲ ਤਾਂ ਮੈਂ ਕਹਿਣਾ ਵੀ ਸਾਨੂੰ ਪਾਕਿਸਤਾਨੀ ਨਹੀਂ ਦੇਖਦੇ। ਉਹ ਵੀ ਜਦੋਂ ਨਨਕਾਣਾ ਸਾਹਿਬ ਜਾਂਦੇ ਸਿੱਖ ਭਾਈਚਾਰਾ ਤੋਂ ਜੱਫੀਆਂ ਪਾਉਂਦੇ ਤੇ ਚਾਹ ਚੜ ਜਾਂਦਾ ਆ। ਤੇ ਯਾਰ ਤੁਹਾਡੇ ਨਾਲ ਸਾਨੂੰ ਰਹਿੰਦਿਆਂ ਨੂੰ ਕਿੰਨਾ ਚਿਰ ਹੋ ਗਿਆ? ਆ 72-73 ਸਾਲ ਹੋ ਗਏ। 47 ਤੋਂ ਲੈ ਕੇ ਅਸੀਂ ਸਮਾਂ ਨਹੀਂ ਦੇਖਿਆ, ਇਤਿਹਾਸ ਪੜ੍ਹਿਆ ਤੇ ਬਜ਼ੁਰਗਾਂ ਤੋਂ ਸੁਣਿਆ। ਤੇ ਯਾਰ ਕਮਾਲ ਦੀ ਗੱਲ ਆ ਵੀ ਇੰਨੇ ਸਾਲਾਂ ਦੇ ਵਿੱਚ ਤੁਸੀਂ ਸਾਨੂੰ ਆਪਦੇ ਕਿਉਂ ਨਹੀਂ ਬਣਾ ਸਕੇ? ਨਾ ਸਾਡੇ ਬਣ ਸਕੇ ਨਾ ਆਪਦੇ। ਸੋ ਇਹ ਗੱਲ ਠੀਕ ਨਹੀਂ। ਇਹ ਬੈਰੀਗੇਟ ਸਦਾ ਐ ਨਹੀਂ ਲੱਗੇ ਰਹਿਣੇ। ਇਹ ਤੁਹਾਨੂੰ ਇੱਕ ਨਾ ਇੱਕ ਦਿਨ ਮੰਗਾਂ ਮੰਨਣੀਆਂ ਪੈਣੀਆਂ। ਅਸੀਂ ਤਾਂ ਮਨਾ ਨਹੀਂ ਕੁਛ ਰਹੇ, ਅਸੀਂ ਤਾਂ ਆਪਦਾ ਹੱਕ ਲੈ ਰਹੇ ਹਾਂ ਤੇ ਹਰ ਬੰਦੇ ਨੂੰ ਆਪਦਾ ਹੱਕ ਲੈਣ ਦਾ ਅਧਿਕਾਰ ਆ। ਇਨਸਾਨੀਅਤ ਤੌਰ ਤੇ ਯਾਰ ਹਰ ਬੰਦੇ ਨੂੰ ਆਪਦਾ ਪੱਖ ਰੱਖਣ ਦਾ ਅਧਿਕਾਰ ਆ। ਅਸੀਂ ਕਿਸੇ ਤੋਂ ਕੁਛ ਮੰਗ ਨਹੀਂ ਰਹੇ, ਕਿਸੇ ਤੋਂ ਮਦਦ ਨਹੀਂ ਲੈ ਰਹੇ। ਅਸੀਂ ਸਿਰਫ ਆਪ ਦੀ ਜ਼ਮੀਨ ਮੰਗ ਰਹੇ ਹਾਂ ਵੀ ਸਾਨੂੰ ਸਾਡੀ ਜ਼ਮੀਨ ਕਿਸਾਨਾਂ ਦੀ ਵਾਪਸ ਮਿਲ ਜੇ, ਸਾਡੇ ਹੱਕ ਮਿਲ ਜਾਣ। ਜੀ ਧੰਨਵਾਦ ਜੀ। ਹਾਂਜੀ, ਇਹ ਸਨ ਬਾਬਾ ਜੀ ਨਿੰਗ ਸਿੰਘ ਨੇ। ਇਹਨਾਂ ਦਾ ਕਹਿਣਾ ਹੈ ਕਿ ਅਸੀਂ ਕਿਸੇ ਤੋਂ ਕੁਝ ਨਹੀਂ ਮੰਗ ਰਹੇ, ਜਿਹੜੇ ਆਪਣੇ ਹੱਕ ਨੇ ਉਹ ਮੰਗ ਰਹੇ ਆ ਤੇ ਹੱਕ ਮੰਗਣਾ ਹਰ ਇੱਕ ਬੰਦੇ ਦਾ ਅਧਿਕਾਰ ਆ ਤੇ ਜਿਹੜੇ ਹੱਕ ਨੇ ਉਹ ਜ਼ਰੂਰ ਲੈ ਕੇ ਜਾਵਾਂਗੇ। ਇੱਕ ਵਾਰ ਫੇਰ ਦਿਖਾਉਂਦੇ ਆ ਸਰਕਾਰ ਵੱਲੋਂ ਜਿਹੜੀਆਂ ਨੁਕੀਲੀਆਂ ਤਾਰਾਂ ਤੇ ਸਰੀਏ ਲਗਾਏ ਗਏ ਨੇ ਤੇ ਕਿਸਾਨਾਂ ਵੱਲੋਂ ਇੱਥੇ ਫੁੱਲ ਲਗਾਏ ਗਏ ਨੇ, ਤੇ ਸਾਰਾ ਦਿਨ ਇੱਥੇ ਰਵਾਂਗੇ ਬਾਬਾ ਜੀ। ਉਸ ਤੋਂ ਬਾਅਦ ਇੱਧਰ ਦਿਖਾਉਂਦੇ ਆ ਤਸਵੀਰਾਂ, ਜਿਹੜਾ ਸਿੰਘਾਂ ਦਾ ਬਾਜ ਹੈ ਉਹ ਵੀ ਉੱਤੇ ਬੈਠਾ ਹੈ। ਮੈਂ ਆਪਣੇ ਸਹਿਯੋਗੀ ਨੂੰ ਕਹੂੰਗਾ ਜ਼ੂਮ ਕਰਕੇ ਦਿਖਾਇਆ ਜਾਵੇ ਤੇ ਸਿੰਘਾਂ ਦਾ ਜਿਹੜਾ ਇੱਥੇ ਸੋਹਣੀ ਬਣਾਈ ਗਈ ਆ ਸਿੰਘ ਵੱਲੋਂ, ਗੁਰੂ ਦੀਆਂ ਲਾਡਲੀਆਂ ਫੌਜਾਂ ਵੱਲੋਂ। ਤੇ ਗੁਰੂ ਦਾ ਬਾਜ ਆ ਜਿਹੜਾ ਉਹ ਉੱਪਰ ਬੈਠਾ ਦਿਖਾਈ ਦੇ ਰਿਹਾ। ਇਹ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਤੀਕ ਹੈ ਇਹ ਬਾਜ, ਉਹ ਵੀ ਸਿੰਘਾਂ ਵੱਲੋਂ ਇੱਥੇ ਬਿਠਾਇਆ ਗਿਆ ਹੈ। ਤੇ ਸਰਕਾਰ ਨੇ ਜਿਹੜੇ ਵੈਰੀਗੇਟਿੰਗ ਕੀਤੇ ਨੇ ਉਸ ਦੇ ਖਿਲਾਫ ਕਿਸਾਨਾਂ ਨੇ ਤੇ ਸਿੰਘਾਂ ਨੇ ਫੁੱਲ ਲਗਾ ਕੇ ਉਹਦਾ ਜਿਹੜਾ ਸਬੂਤ ਆ ਦਿੱਤਾ ਹੈ ਕਿ ਅਸੀਂ ਸ਼ਾਂਤੀ ਦਾ ਪ੍ਰਤੀਕ ਹਾਂ ਤੇ ਅਸੀਂ ਫੁੱਲਾਂ ਵਾਂਗ ਮਹਿਕ ਖਿਲਾਉਂਦੇ ਰਹਾਂਗੇ। ਸਰਕਾਰਾਂ ਚਾਹੇ ਜੋ ਮਰਜ਼ੀ ਆਰੋਪ ਲਗਾਈ ਜਾਣ, ਜਿੱਦਾਂ ਮਰਜ਼ੀ ਤਸ਼ੱਦਦ ਕਰੀ ਜਾਣ, ਤੇ ਜਿਹੜੇ ਸਾਡੇ ਹੱਕ ਨੇ ਉਹ ਅਸੀਂ ਇੱਥੋਂ ਲੈ ਕੇ ਹੀ ਵਾਪਸ ਜਾਵਾਂਗੇ। ਉਦੋਂ ਤੱਕ ਅਸੀਂ ਇੱਥੇ ਡਟੇ ਰਹਾਂਗੇ ਤੇ ਸਰਕਾਰਾਂ ਨੂੰ ਝੁਕਣਾ ਹੀ ਪੈਣਾ ਹੈ। ਕੈਮਰਾਮੈਨ ਜਤਿੰਦਰ ਟਿਵਾਣਾ ਦੇ ਨਾਲ ਮਨਵਿੰਦਰ ਸਿੰਘ ਟਿਵਾਣਾ, ਪੰਜਾਬੀ ਲੋਕ ਚੈਨਲ, ਕੁੰਡਲੀ ਬਾਰਡਰ, ਦਿੱਲੀ।